ਉੱਥੇ ਥਰਮਲ ਪਲਾਂਟ ਦੀ ਇੱਕ ਪਹਿਚਾਣ ਸੀਗੀ ਉਹਨੂੰ ਬੰਦ ਕਰ ਦਿੱਤਾ ਗਿਆ। ਆਉਣ ਵਾਲੇ ਸਮੇਂ ਵਿੱਚ ਕੀ ਹੋ ਸਕਦਾ? ਤਾਂ ਹਮੇਸ਼ਾ ਕਿਹਾ ਕਰਦੇ ਸੀ ਕਿ ਚਿਮਨੀਆਂ ਉਦਾਸ ਨੇ ਤੇ ਮੈਂ ਵੀ ਉਦਾਸ ਹੋ ਜਾਣਾ ਔਰ ਮੈਂ ਇਹਨਾਂ 'ਚੋਂ ਧੂੰਆਂ ਨਿਕਲਦਾ ਮੇਰੇ ਮਨ ਦੀ ਤਮੰਨਾ ਕਿ ਮੈਂ ਦੇਖਾਂ। ਔਰ ਉਸ ਵਾਅਦੇ ਤੋਂ ਪੂਰਨ ਤੌਰ ਦੇ ਉੱਤੇ ਮੁੱਕਰ ਕੇ ਔਰ ਸਭ ਤੋਂ ਵੱਡਾ ਰੋਲ ਜੋ ਅਖਬਾਰਾਂ ਲਿਖ ਰਹੀਆਂ ਕਿ ਉਹਨਾਂ ਦਾ ਹੀ ਹੈ ਇਸ ਥਰਮਲ ਨੂੰ ਬੰਦ ਕਰਨ ਦੇ ਵਿੱਚ। 300 EMPLOYEES ਜਿਹੜੇ ਹੈਗੇ ਆ ਉਹਨਾਂ ਨੂੰ ਇਹਦੇ ਵਿੱਚ ਰੁਜ਼ਗਾਰ ਮਿਲਣਾ ਸੀਗਾ ਸਿਰਫ ਉਹ ਇੱਕ ਜਿਹੜਾ 120 ਮੈਗਾਵਾਟ ਦਾ ਯੂਨਿਟ ਚਲਾਉਣ ਦੇ ਨਾਲ। ਪਰਸੋਂ ਗੱਲ ਕਰਦੇ ਸੀ ਕਿ ਇੱਥੇ ਸਾਨੂੰ 7 ਜਾਂ 7.5 ਰੁਪਏ ਪਰ ਯੂਨਿਟ ਦਾ ਖਰਚਾ ਆਉਂਦਾ ਸੀਗਾ, ਸਾਨੂੰ 3 ਜਾਂ 3.5 ਰੁਪਏ ਜਾਂ 3 ਰੁਪਏ ਦੇ ਨੀਅਰ ਅਬਾਊਟ ਸਾਨੂੰ ਜਿਹੜੀ ਹੈ ਯੂਨਿਟ ਮਿਲ ਰਹੀ ਹੈ। ਇੰਨਾ ਖਰਚਾ ਕਿਉਂ ਕੀਤਾ ਜਾਣਾ ਚਾਹੀਦਾ? ਸਾਨੂੰ ਹੋਰ ਚੀਜ਼ਾਂ ਵੀ ਦੇਖਣੀਆਂ ਪੈਂਦੀਆਂ। ਲੋਕਾਂ ਨੂੰ ਤਾਂ 11 ਰੁਪਏ ਪਰ ਯੂਨਿਟ ਮਿਲ ਰਹੀ ਹੈ। ਇਹ ਤਾਂ ਇਸ ਗੱਲ ਦਾ ਜਵਾਬ ਤਾਂ ਹੁਣ ਖਜ਼ਾਨੇ ਦੇ ਵਜ਼ੀਰ ਹੀ ਦੇ ਸਕਦੇ ਆ। ਪਰ ਅਗਰ ਜੇ ਥਰਮਲ ਹੁਣ ਤੱਕ ਚੱਲ ਰਿਹਾ ਸੀ ਤੇ ਹੁਣ ਤੱਕ ਬਠਿੰਡੇ ਦੇ ਲੋਕ ਪਾਣੀ ਕੋਲੋਂ ਪਿਆਸੇ ਥੋੜ੍ਹਾ ਰਹਿ ਗਏ ਸੀ। ਇਹ ਤਾਂ ਸਿਰਫ ਇੱਕ ਉਹਨਾਂ ਨੇ ਬਹਾਨਾ ਬਣਾਇਆ। 45 ਸਾਲ ਪਹਿਲਾਂ ਅਗਰ ਉਦੋਂ ਧੱਕਾ ਹੋਇਆ ਇੰਦਰਾ ਗਾਂਧੀ ਨੇ ਕੀਤਾ ਤਾਂ ਇਸੇ ਕਰਕੇ ਕਿ ਉਹ ਅਬਸੋਲੂਟ ਉਹਦੇ ਕੋਲੇ ਤਾਕਤ ਸੀ। ਠੀਕ ਹੈ, ਉਸ ਤੋਂ ਬਾਅਦ ਚਾਹੇ ਜਦੋਂ ਐਮਰਜੈਂਸੀ ਖਤਮ ਹੋਈ 77 'ਚ ਮੂਧੜੇ ਮੂੰਹ ਜਾ ਡਿੱਗੀ, ਜਨਤਾ ਦਲ ਦੀ ਸਰਕਾਰ ਬਣ ਗਈ ਜਨਤਾ ਪਾਰਟੀ ਦੀ, ਉਵੇਂ ਹੀ ਸੂਬੇ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਕੋਲੇ ਅਬਸੋਲੂਟ ਮੈਜੋਰਟੀ ਆ। ਉਹਨੂੰ ਪਤਾ ਕਿ 5 7 10 MLA ਭੱਜ ਵੀ ਜਾਣ ਤਾਂ ਮੇਰਾ ਕੋਈ ਵਾਲ ਨਹੀਂ ਵਿੰਗਾ ਕਰ ਸਕਦਾ। ਸਾਡੇ ਜਿਹੜੇ ਸਿਆਸੀ ਆਕਾ ਜਾਂ ਅਹਿਲਕਾਰ ਹੈਗੇ ਆ, ਇਹਨਾਂ ਨੂੰ ਕੁਰਸੀ ਇੰਨੀ ਕੁ ਪਿਆਰੀ ਹੈ ਕਿ ਇਹ ਕੁਰਬਾਨੀ ਦਾ ਸਿਰਫ ਨਾਂ ਲੈਂਦੇ ਆ, ਕੁਰਬਾਨੀ ਦੇਣ ਨੂੰ ਤਿਆਰ ਨਹੀਂ। ਜਿੰਨੀ ਦੇਰ ਤੱਕ ਕੁਰਸੀ ਖਾਤਰ ਲੋਕਾਂ ਦੇ ਹਿੱਤਾਂ ਨੂੰ ਇਹ ਸਟੇਕ ਤੇ ਲਾਉਂਦੇ ਰਹਿਣਗੇ, ਚਾਹੇ ਜਿਹੜੀ ਮਰਜ਼ੀ ਸਰਕਾਰ ਆ ਜੇ, ਜਿਹੜੇ ਮਰਜ਼ੀ ਲੋਕ ਵਜ਼ਾਰਤ ਦੇ ਵਿੱਚ ਆ ਜਾਣ, ਆਮ ਲੋਕਾਂ ਦਾ ਜਿਹੜਾ ਉਹ ਘਾਣ ਹੀ ਹੋਣਾ ਆਉਣ ਵਾਲੇ ਸਮੇਂ ਦੇ ਵਿੱਚ। ਅਕਾਲ ਚੈਨਲ ਦੇਖ ਰਹੇ ਦੇਸ਼ ਵਿਦੇਸ਼ ਦੇ ਸਾਰੇ ਹੀ ਦਰਸ਼ਕਾਂ ਦਾ ਨਿੱਘਾ ਸਵਾਗਤ। ਮੈਂ ਹਾਂ ਜਗਮੀਤ ਸਿੰਘ ਖੱਪਿਆਂ ਲਈ। ਜਿਵੇਂ ਤੁਹਾਨੂੰ ਪਤਾ ਹੈ ਕਿ ਬਠਿੰਡੇ ਦੇ ਵਿੱਚ ਥਰਮਲ ਪਲਾਂਟ ਨੂੰ ਲੈ ਕੇ ਕਾਫੀ ਜਿਹੜਾ ਵਾਦ ਵਿਵਾਦ ਜਿਹੜਾ ਛਿੜਿਆ ਹੋਇਆ। ਕਾਂਗਰਸ ਦੇ ਜਿਹੜੇ ਨੇਤਾ ਹੈਗੇ ਨੇ, ਮਨਪ੍ਰੀਤ ਸਿੰਘ ਬਾਦਲ ਉੱਥੋਂ ਵਿਧਾਇਕ ਵੀ ਰਹੇ ਨੇ, ਪਰ ਉੱਥੋਂ ਦੇ ਥਰਮਲ ਪਲਾਂਟ ਨੂੰ ਬੰਦ ਕੀਤਿਆਂ ਕਾਂਗਰਸ ਦੀ ਸਰਕਾਰ ਦੇ ਵਿੱਚ ਬੰਦ ਕੀਤਾ ਗਿਆ ਸੀ। ਉਸ ਤੋਂ ਬਾਅਦ ਉਹਨੂੰ ਚਲਾਉਣ ਦੀਆਂ ਜਿਹੜੀਆਂ ਤਿਆਰੀਆਂ ਦੇ ਲਈ ਸੰਘਰਸ਼ ਵੀ ਹੋਇਆ ਸੀਗਾ, ਧਰਨੇ ਵੀ ਲੱਗੇ ਸੀ, ਪ੍ਰਦਰਸ਼ਨ ਵੀ ਹੋਇਆ ਸੀ, ਸਭ ਕੁਝ ਹੋਇਆ ਸੀਗਾ, ਪਰ ਜਿਹੜਾ ਉਹ ਅੱਜ ਤੱਕ ਚੱਲਿਆ ਨਹੀਂ ਗਾ। ਕਈ ਘਰਾਂ ਦੇ ਜਿਹੜੇ ਰੁਜ਼ਗਾਰ ਚੱਲਦੇ ਸੀ ਉਹ ਖਤਮ ਹੋ ਗਏ ਨੇ। ਸਾਡੇ ਨਾਲ ਹਾਈਕੋਰਟ ਦੇ ਵਕੀਲ ਮਨਿੰਦਰ ਸਿੰਘ ਭੁੱਲਰ ਜੀ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ, ਸਾਰੀ ਵਿਚਾਰ ਚਰਚਾ ਕਰਾਂਗੇ ਉਹਦੇ ਕੀ ਫਾਇਦੇ ਹੋਣਗੇ ਤੇ ਕੀ ਨੁਕਸਾਨ ਹੋਣਗੇ, ਕਿੰਨਾ ਦੇ ਘਰਾਂ ਦੇ ਰੁਜ਼ਗਾਰ ਰੁਕੇ ਨੇ। ਸਭ ਤੋਂ ਪਹਿਲਾਂ ਜੀ ਅਕਾਲ ਚੈਨਲ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਗੁਰਫਤਿਹ ਜਗਮੀਤ ਜੀ, ਤਮਾਮ ਤੁਹਾਡੇ ਦੇਖਣ ਸੁਣਨ ਵਾਲਿਆਂ ਨੂੰ ਸਤਿ ਸ੍ਰੀ ਅਕਾਲ ਮੇਰੇ ਵੱਲੋਂ। ਹਾਂਜੀ ਵੀਰ ਜੀ, ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਉੱਥੇ ਥਰਮਲ ਪਲਾਂਟ ਦੀ ਇੱਕ ਪਹਿਚਾਣ ਸੀਗੀ, ਉਹਨੂੰ ਬੰਦ ਕਰ ਦਿੱਤਾ ਗਿਆ। ਆਉਣ ਵਾਲੇ ਸਮੇਂ ਵਿੱਚ ਕੀ ਹੋ ਸਕਦਾ? ਥਰਮਲ ਦੇਖੋ, ਫਸਟ ਆਫ ਆਲ ਤਾਂ ਇਹ ਇਕੱਲਾ ਇੱਕ ਸਨਅਤੀ ਪ੍ਰੋਜੈਕਟ ਨਹੀਂ ਸੀਗਾ, ਇੱਕ ਰਵਾਇਤ ਬਠਿੰਡੇ ਦੀ ਜਾਂ ਇੱਕ ਇਤਿਹਾਸਕ ਪ੍ਰੋਜੈਕਟ ਸੀਗਾ ਔਰ ਲੋਕਾਂ ਦੀਆਂ ਭਾਵਨਾਵਾਂ ਇਹਦੇ ਨਾਲ ਜੁੜੀਆਂ ਹੋਈਆਂ। ਔਰ ਗੁਰੂ ਨਾਨਕ ਸਾਹਿਬ ਦੇ 500ਵੇਂ ਜਨਮ ਦਿਨ ਦੇ ਉੱਪਰ ਇਹਨੂੰ ਐਸਟੈਬਲਿਸ਼ ਕੀਤਾ ਗਿਆ ਸੀਗਾ। ਔਰ ਉਸ ਟਾਈਮ ਦੇ ਉੱਤੇ ਜਿਵੇਂ ਕਹਿੰਦੇ ਪਹਿਲਾਂ ਬਠਿੰਡੇ ਵਾਲਿਆਂ ਨੂੰ ਛੇੜਿਆ ਜਾਂਦਾ ਸੀ ਕਿ ਦੇਖਿਆ ਤੇਰਾ ਬਠਿੰਡਾ, ਨਾ ਕੱਦੂ ਨਾ ਟਿੰਡਾ। ਔਰ ਬਠਿੰਡੇ ਦੇ ਲੋਕਾਂ ਦੇ ਵਾਸਤੇ ਬੜਾ ਸਨਮਾਨ ਦਾ ਇੱਕ ਸਿੰਬਲ ਸੀ। ਔਰ ਨਾਰਥ ਇੰਡੀਆ ਦੇ ਵਿੱਚ ਜਿਹੜੇ ਪਹਿਲੇ ਥਰਮਲਸ ਹੈਗੇ ਆ, ਜਦੋਂ ਬਿਜਲੀ ਆਈ ਆ, ਜਦੋਂ ਉਸ ਤੋਂ ਪਹਿਲਾਂ ਧਨੀ ਰਾਮ ਚਾਤਰਕ ਨੇ ਜਿਹੜਾ ਲਿਖਿਆ ਸੀ ਕਿ ਭਾਖੜੇ ਤੋਂ ਆਉਂਦੀ ਮੁਟਿਆਰ ਨੱਚਦੀ, ਜਦੋਂ ਹਾਈਡਲ ਪ੍ਰੋਜੈਕਟਸ ਦੀ ਗੱਲ ਕੀਤੀ ਤਾਂ ਥਰਮਲ ਪ੍ਰੋਜੈਕਟਸ ਦੇ ਵਿੱਚੋਂ ਇਟ ਵਾਜ਼ ਵਨ ਆਫ ਦਾ ਅਟਮੋਸਟ ਇੰਪੋਰਟੈਂਟ ਪ੍ਰੋਜੈਕਟ ਆਫ ਦਾ ਸੈਂਟਰਲ ਗਵਰਨਮੈਂਟ। ਹੁਣ ਜਿਹੜਾ ਉਹਨੂੰ ਬੰਦ ਕਰ ਦਿੱਤਾ, ਕਈਆਂ ਘਰਾਂ ਦੇ ਰੁਜ਼ਗਾਰ ਰੁਕ ਗਏ ਨੇ, ਕੀ ਦੁਬਾਰਾ ਬਹਾਲ ਹੋਣਗੇ? ਨਹੀਂ, ਉਹਦੀ ਤਾਂ ਹੁਣ ਕੋਈ ਉਮੀਦ ਨਜ਼ਰ ਨਹੀਂ ਆਉਂਦੀ, ਕਿਉਂਕਿ ਜਿਹੜੇ ਉਮਦਾ ਸਿਆਸਤਦਾਨ ਨੇ ਉਸ ਇਲਾਕੇ ਦੇ ਔਰ ਖਜ਼ਾਨੇ ਦੇ ਵਜ਼ੀਰ ਉੱਥੋਂ MLA ਨੇ ਬਠਿੰਡਾ ਤੋਂ, ਉਹਨਾਂ ਨੇ ਬਹੁਤ ਵਾਅਦੇ ਕੀਤੇ, ਬੜੇ ਇਮੋਸ਼ਨਲ ਢੰਗ ਦੇ ਨਾਲ ਲੋਕਾਂ ਨੂੰ ਅਪੀਲਾਂ ਕੀਤੀਆਂ 2017 ਦੀ ਅਸੈਂਬਲੀ ਚੋਣ ਦੇ ਸਮੇਂ ਕਿ ਮੈਂ ਉਦਾਸ ਹੋ ਜਾਣਾ ਜਦੋਂ ਗਿੱਦੜਬਾਹੇ ਤੋਂ ਬਠਿੰਡੇ ਨੂੰ ਆਉਣਾ। ਤੁਸੀਂ ਅਗਰ ਉਹ ਚੌਕ ਦੇਖਿਆ ਹੋਵੇ ਤਾਂ ਜਦੋਂ ਗਿੱਦੜਬਾਹੇ ਤੋਂ ਬਠਿੰਡੇ ਐਂਟਰ ਕਰੀਦਾ ਤਾਂ ਸੱਜੇ ਹੱਥ ਚਿਮਨੀਆਂ ਆਉਂਦੀਆਂ। ਤਾਂ ਹਮੇਸ਼ਾ ਕਿਹਾ ਕਰਦੇ ਸੀ ਕਿ ਚਿਮਨੀਆਂ ਉਦਾਸ ਨੇ ਤੇ ਮੈਂ ਵੀ ਉਦਾਸ ਹੋ ਜਾਣਾ ਔਰ ਮੈਂ ਇਹਨਾਂ 'ਚੋਂ ਧੂੰਆਂ ਨਿਕਲਦਾ ਮੇਰੇ ਮਨ ਦੀ ਤਮੰਨਾ ਕਿ ਮੈਂ ਦੇਖਾਂ। ਔਰ ਉਸ ਵਾਅਦੇ ਤੋਂ ਪੂਰਨ ਤੌਰ ਦੇ ਉੱਤੇ ਮੁੱਕਰ ਕੇ ਔਰ ਸਭ ਤੋਂ ਵੱਡਾ ਰੋਲ ਜੋ ਅਖਬਾਰਾਂ ਲਿਖ ਰਹੀਆਂ ਕਿ ਉਹਨਾਂ ਦਾ ਹੀ ਹੈ ਇਸ ਥਰਮਲ ਨੂੰ ਬੰਦ ਕਰਨ ਦੇ ਵਿੱਚ। ਉਹਦੇ ਪਿੱਛੇ ਕਾਰਨ ਚਾਹੇ ਉਹਨਾਂ ਨੇ ਵੀ ਲੋਕ ਹਿੱਤ ਦੇ ਵਿੱਚ ਹੀ ਦੱਸਿਆ ਕਿ ਇਹ ਲੋਕਾਂ ਦੇ ਫਾਇਦੇ ਵਾਸਤੇ ਔਰ ਸਰਕਾਰ ਦੇ ਖਜ਼ਾਨੇ ਨੂੰ ਬੜਾ ਖਸਾਰਾ ਲੱਗ ਰਿਹਾ, ਘਾਟਾ ਪੈ ਰਿਹਾ, ਉਹਨੂੰ ਇਸ ਸਾਰੇ ਮਸਲੇ ਨੂੰ ਰਿਵਿਊ ਕਰਕੇ ਅਸੀਂ ਬੰਦ ਕਰਨ ਜਾ ਰਹੇ ਹਾਂ, ਉਹਨਾਂ ਦਾ ਇਹ ਕਹਿਣਾ ਹੈ।
ਕਾਫੀ ਲੰਮਾ ਸਮਾਂ ਜਿਹੜਾ ਉਹਦੇ ਸੰਬੰਧੀ ਧਰਨਾ ਲੱਗਦਾ ਰਿਹਾ ਡੀਸੀ ਦਫ਼ਤਰ ਦੇ ਬਾਹਰ ਬਠਿੰਡੇ 'ਚ, ਪਰ ਹੱਲ ਫਿਰ ਵੀ ਨਹੀਂ ਹੋਇਆ। ਲੋਕ ਉੱਥੇ ਧਰਨੇ ਤੇ ਬਹਿੰਦੇ ਰਹੇ, ਉੱਥੇ ਪੁਲਿਸ ਵੀ ਲੱਗਦੀ ਰਹੀ ਹੈ। ਇੰਨਾ ਖਰਚਾ ਕਰਨ ਦੇ ਬਾਵਜੂਦ ਉਹਨਾਂ ਨੂੰ ਕਿਤੇ ਸ਼ਿਫਟ ਵੀ ਕਿਉਂ ਨਹੀਂ ਕੀਤਾ? ਦੇਖੋ, ਧਰਨੇ ਸਿੰਬੋਲਿਕ ਪ੍ਰੋਟੈਸਟ ਹੈਗੇ ਆ। ਇਹ 1/18 ਜੇ ਮੈਂ ਗਲਤ ਨਹੀਂ, ਹਾਂਜੀ 1 ਜਨਵਰੀ 2018 ਨੂੰ ਮੁਕੰਮਲ ਤੌਰ ਤੇ ਇਹਨੂੰ ਬੰਦ ਕਰਤਾ ਸੀਗਾ, ਔਰ ਉਦੋਂ ਤੋਂ ਲੈ ਕੇ ਥੋੜ੍ਹੀ ਬਹੁਤ ਉਮੀਦ ਸੀਗੀ। ਔਰ ਜਿਹੜਾ ਬੋਰਡ ਆਫ ਡਾਇਰੈਕਟਰਸ ਹੈਗਾ PSPCL ਦਾ ਜਾਂ ਪਾਵਰਕੌਮ ਦਾ, ਉਹਨਾਂ ਨੇ ਇੱਕ ਪ੍ਰੋਜੈਕਟ ਰਿਪੋਰਟ ਬਣਾ ਕੇ ਦਿੱਤੀ ਸੀਗੀ ਪੰਜਾਬ ਸਰਕਾਰ ਨੂੰ ਕਿ ਥਰਮਲ ਦਾ ਇੱਕ ਯੂਨਿਟ ਜਿਹੜਾ ਹੈਗਾ ਉਹਨੂੰ ਪਰਾਲੀ ਤੇ ਚਲਾਇਆ ਜਾ ਸਕਦਾ। ਟੋਟਲ 4 ਯੂਨਿਟ ਨੇ ਥਰਮਲ ਦੇ, 2 110 ਮੈਗਾਵਾਟ ਦੇ ਔਰ 2 120 ਮੈਗਾਵਾਟ ਦੇ। ਜਿਹੜੇ ਯੂਨਿਟ ਨੂੰ ਇਹਨਾਂ ਨੇ ਪਰਾਲੀ ਤੇ ਚਲਾਉਣ ਦੀ ਗੱਲ ਕੀਤੀ ਸੀ, ਉਹਦੀ ਜਿਹੜੀ ਮਿਆਦ ਆ, ਉਹਦੀ ਉਮਰ ਆ, ਉਹ ਵੀ 2030 ਤੱਕ ਆ। ਕਿ ਅਗਰ ਉਹ ਔਰ ਉਹਦਾ ਜਿਹੜਾ ਪ੍ਰਪੋਜ਼ਡ ਟਾਈਮ ਸੀ ਉਹ ਲਗਭਗ ਕੋਈ 12 ਤੋਂ 14 ਮਹੀਨੇ ਦਾ ਸੀਗਾ ਕਿ ਇੰਨੇ ਸਮੇਂ ਦੇ ਵਿੱਚ ਜਿਹੜਾ ਹੈਗਾ ਇਸ ਥਰਮਲ ਦੀ ਰੀਸਟਰਕਚਰਿੰਗ ਕਰਕੇ ਇਹਨੂੰ ਪਰਾਲੀ ਤੇ ਚਲਾਇਆ ਜਾ ਸਕਦਾ। ਔਰ ਪੰਜਾਬ ਸਰਕਾਰ ਦੇ ਕਾਫੀ ਜ਼ਿਆਦਾ ਆਫੀਸਰ ਔਰ ਸਰਕਾਰ ਦੇ ਵਿੱਚ ਬੈਠੇ ਹੋਏ ਲੋਕ ਉਸ ਗੱਲ ਵਾਸਤੇ ਸ਼ਾਇਦ ਸਹਿਮਤ ਵੀ ਸੀ, ਪਰ ਕੁਝ ਕੁ ਬਾਬੂ ਜਿਹੜੇ ਹੈਗੇ ਉਹ ਇਸ ਗੱਲ ਦੇ ਖਿਲਾਫ ਸੀ। ਇਹ ਉਹਦੇ ਪਿੱਛੇ ਉਹਨਾਂ ਦੀ ਕੀ ਨੀਅਤ ਹੈ ਇਹ ਤਾਂ ਉਹ ਹੀ ਦੱਸ ਸਕਦੇ ਆ। ਸੋ ਅਗਰ ਉਸ ਪ੍ਰਪੋਜ਼ਲ ਨੂੰ ਇਹ ਲੋਕ ਅਸੈਪਟ ਕਰ ਲੈਂਦੇ, ਉਹਦੇ 'ਤੇ ਕਰੀਬ 110 ਮੈਗਾਵਾਟ ਦੇ ਦੋਨਾਂ ਯੂਨਿਟਸ ਦੇ ਉੱਪਰ ਜਿਹੜਾ ਟੋਟਲ 60 ਮੈਗਾਵਾਟ ਦੀ ਜਿਹੜੀ ਉਹਦੀ ਕਪੈਸਿਟੀ ਹੈ, ਟੋਟਲ 120 ਮੈਗਾਵਾਟ ਦਾ ਯੂਨਿਟ 4 ਜਿਹੜਾ ਹੈਗਾ, ਅਗਰ ਉਹਨੂੰ ਪਰਾਲੀ ਤੇ ਚਲਾਉਂਦੇ ਤਾਂ ਉਹ 300 ਕਰੋੜ ਰੁਪਏ ਦਾ ਖਰਚਾ ਲਗਭਗ ਆਉਣਾ ਸੀ, 150 ਕਰੋੜ ਰੁਪਏ ਪਰ 60 ਮੈਗਾਵਾਟ। ਉਹ ਸਾਰਾ ਚਾਰਜਿਸ ਜਿਹੜੇ ਸੀਗੇ, ਸਾਰਾ ਐਕਸਪੈਂਸ ਉਹ ਵੀ ਪਾਵਰਕੌਮ ਵਾਜ਼ ਰੈਡੀ ਟੂ ਬੀਅਰ। ਔਰ ਉਹਦੇ ਨਾਲ ਕੋਈ 2 ਲੱਖ ਟਨ ਦੇ ਕਰੀਬ, ਅਗਰ ਮੈਂ ਗਲਤ ਨਹੀਂ ਤਾਂ, ਪਰਾਲੀ ਦੀ ਜਿਹੜੀ ਹੈਗੀ ਉਹ ਕੰਜ਼ੰਪਸ਼ਨ ਹੋਣੀ ਸੀ। ਔਰ ਵਰਲਡ ਦਾ ਲਾਰਜੈਸਟ, ਨਾਟ ਆਫ ਪੰਜਾਬ ਔਰ ਇੰਡੀਆ, ਸੰਸਾਰ ਦਾ ਸਭ ਤੋਂ ਲਾਰਜੈਸਟ ਬਾਇਓਮਾਸ ਪਲਾਂਟ ਉਹਨੇ ਬਣਨਾ ਸੀ। ਪਰ ਇਹਨਾਂ ਨੇ ਜਿਹੜਾ ਹੈਗਾ ਉਸ ਗੱਲ ਦੀ ਇਜਾਜ਼ਤ ਨਹੀਂ ਦਿੱਤੀ। ਔਰ ਉਦੋਂ ਬਾਅਦ ਹੌਲੀ ਹੌਲੀ ਕਿਉਂਕਿ ਇਹ ਗੋਂਦਾਂ ਤਾਂ ਜਿਹੜੀਆਂ ਹੈਗੀਆਂ 2016-17 ਤੋਂ ਹੀ ਗੁੰਦਣੀਆਂ ਸ਼ੁਰੂ ਹੋ ਗਈਆਂ ਸੀ। ਉਸ ਤੋਂ ਬਾਅਦ 17 ਦੀ ਅਸੈਂਬਲੀ ਚੋਣ ਆ ਗਈ, ਫਿਰ ਪਾਰਲੀਮੈਂਟ ਇਲੈਕਸ਼ਨ ਆ ਗਿਆ, ਤਾਂ ਉਹ ਸਿਆਸੀ ਤੌਰ ਦੇ ਉੱਤੇ ਇਹਨਾਂ ਨੂੰ ਸੂਟ ਨਹੀਂ ਕਰਦਾ ਸੀਗਾ। ਕੁੱਲ ਮਿਲਾ ਕੇ ਉਹ ਤੋਂ ਵੋਟਾਂ ਲੈਣੀਆਂ ਸਨ ਲੋਕਾਂ। ਐਗਜ਼ੈਕਟਲੀ, ਉਹ ਇਹਨਾਂ ਦੇ ਨਿੱਜੀ ਮਫਾਦ ਉਦੋਂ ਜਿਹੜੇ ਜੁੜੇ ਹੋਏ ਸੀਗੇ, ਔਰ ਹੁਣ ਇਹਨਾਂ ਨੂੰ ਲੱਗਿਆ ਕਿ ਨਹੀਂ, ਦਿਸ ਇਜ਼ ਦਾ ਰਾਈਟ ਟਾਈਮ ਕਿ ਇਹਨੂੰ ਜਿਹੜਾ ਹੈਗਾ ਡਿਸਮੈਂਟਲ ਕਰ ਦਿੱਤਾ ਜਾਵੇ। ਜਿਵੇਂ ਤੁਸੀਂ ਦੱਸਿਆ ਕਿ ਮਨਪ੍ਰੀਤ ਸਿੰਘ ਬਾਦਲ ਕਹਿੰਦਾ ਸੀ ਕਿ ਮੈਂ ਧੂੰਆਂ ਨਿਕਲਦਾ ਦੇਖਣਾ ਚਾਹੁੰਦਾ, ਹੁਣ ਉਹਨਾਂ ਦੀ ਇੱਕ ਕਾਨਫਰੰਸ ਹੁੰਦੀ, ਉੱਥੇ ਕਹਿੰਦੇ ਨੇ ਕਿ ਧੂਏ ਤੇ ਲੋਕ ਪਰੇਸ਼ਾਨ ਬਹੁਤ ਸਨ, ਉਹਨਾਂ ਨੂੰ ਫਾਇਦਾ ਬਹੁਤ ਹੋਵੇਗਾ। ਉਹ ਬੜੀ ਪੁਰਸੋਜ਼ ਔਰ ਭਾਵਨਾਤਮਕ ਪ੍ਰੈਸ ਕਾਨਫਰੰਸ ਕੀਤੀ ਆ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੇ, ਜਿਸ ਦਿਨ ਆਮ ਆਦਮੀ ਪਾਰਟੀ ਨੇ ਐਜੀਟੇਸ਼ਨ ਅਨਾਊਂਸ ਕੀਤਾ ਸੀ। ਔਰ ਉਹਦੇ 'ਚ ਜਿਹੜੇ ਉਹਨਾਂ ਨੇ 3 ਅਹਿਮ ਨੁਕਤੇ ਉਠਾਏ, ਔਰ ਜਿਹੜੇ ਉਹਨਾਂ ਦੇ ਲਫ਼ਜ਼ ਹੂ ਬਹੂ ਮੈਂ ਤੁਹਾਨੂੰ ਦੱਸਦਾ। ਉਹਨਾਂ ਨੇ ਕਿਹਾ ਕਿ ਜਦੋਂ ਵੀ ਕੋਈ ਹੁਕਮਰਾਨ ਚੁਣੇ ਜਾਂਦੇ ਆ ਤਾਂ ਉਹ ਲੋਕਾਂ ਦਾ ਵਿਸ਼ਵਾਸ, ਇਤਬਾਰ, ਯਕੀਨ, ਟਰਸਟ ਜਿਹੜਾ ਉਹਨਾਂ ਦਾ ਬਹਾਲ ਰੱਖਣਾ ਉਹਨਾਂ ਦੀ ਜ਼ਿੰਮੇਵਾਰੀ ਹੈ। ਔਰ ਦੂਜਾ ਉਹਨਾਂ ਨੇ ਜਿਹੜਾ ਇੱਕ ਨੁਕਤਾ ਹੋਰ ਉਠਾਇਆ ਸੀ ਕਿ ਥਰਮਲ ਦੀ ਮੇਨਟੇਨੈਂਸ ਦਾ 110 ਕਰੋੜ ਰੁਪਈਆ ਸਾਲ ਦਾ ਸਾਨੂੰ ਪੈ ਰਿਹਾ। ਔਰ ਕੋਈ ਵੀ ਲੋਕ ਹਿੱਤ ਵਾਲੀ ਸਰਕਾਰ ਜਿਹੜੀ ਹੈਗੀ ਆ ਉਹ ਆਪਣੇ ਲੋਕਾਂ ਦਾ, ਟੈਕਸ ਪੇਅਰ ਦਾ ਜਿਹੜਾ ਹੱਕ ਹਲਾਲ ਦੀ ਕਮਾਈ ਆ, ਉਹਦੀ ਦੁਰਵਰਤੋਂ ਜਾਂ ਮਿਸਯੂਜ਼ ਨਹੀਂ ਕਰ ਸਕਦੀ। ਪਹਿਲਾ ਸਵਾਲ ਤਾਂ ਸਰਦਾਰ ਮਨਪ੍ਰੀਤ ਸਿੰਘ ਬਾਦਲ ਨੂੰ ਇਹ ਹੈ ਕਿ ਜਦੋਂ ਤੁਹਾਨੂੰ ਜਿਸ ਦਿਨ ਕਿਸੇ ਸਹਾਫੀ ਨੇ ਸਵਾਲ ਕੀਤਾ ਸੀ ਕਿ ਪੈਨਸ਼ਨਾਂ ਦੇ ਮੁੱਦੇ ਦੇ ਉੱਪਰ ਤੁਹਾਡਾ ਕੀ ਮਤ ਹੈਗਾ, ਤਾਂ ਉਹਨਾਂ ਨੇ ਬੜਾ ਗੋਲ ਜਵਾਬ ਦਿੱਤਾ ਸੀ ਕਿ ਜਮਹੂਰੀਅਤ ਦਾ ਹੁਸਨ ਹੈ, ਮੈਂ ਇਹ ਗੱਲ ਤੁਹਾਡੇ ਨਾਲ ਸਾਂਝੀ ਨਹੀਂ ਕਰ ਸਕਦਾ। ਮੈਂ ਮੇਰੇ ਤੋਂ ਉਮਰ 'ਚ ਵੀ ਵੱਡੇ ਨੇ ਔਰ ਉਹਨਾਂ ਦੇ ਸਾਹਮਣੇ ਮੇਰੀ ਸ਼ਖਸੀਅਤ ਵੀ ਬਹੁਤ ਬੌਣੀ ਅਤੇ ਛੋਟੀ ਹੈ, ਪਰ ਜਿੰਨਾ ਕੁ ਮੇਰਾ ਵਿੱਤ ਆ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਜਮਹੂਰੀਅਤ ਦਾ ਹੁਸਨ ਤਾਂ ਇਸ ਗੱਲ 'ਚ ਹੈ ਕਿ ਜਦੋਂ ਪ੍ਰਜਾਤੰਤਰ ਹੋਵੇ, ਜਦੋਂ ਡੈਮੋਕ੍ਰੇਸੀ ਹੋਵੇ, ਉਹਦੇ ਵਿੱਚ ਹਰ ਗੱਲ ਦੇ ਉੱਪਰ ਚਿੰਤਨ, ਮੰਥਨ, ਮਨਨ, ਇੰਟਰੋਸਪੈਕਸ਼ਨ, ਡਾਇਲੋਗ ਹੋਣਾ ਚਾਹੀਦਾ ਵਾ, ਕੋਈ ਇੰਸਪੈਕਸ਼ਨ ਹੋਣੀ ਚਾਹੀਦੀ ਹੈ, ਲੋਕਾਂ ਦੇ ਸਾਹਮਣੇ ਗੱਲ ਰੱਖੀ ਜਾਣੀ ਚਾਹੀਦੀ ਆ। ਤਾਂ ਉਸ ਸਮੇਂ ਜਿਹੜਾ 100 ਕਰੋੜਾਂ ਦਾ ਬੋਝ ਖਜ਼ਾਨੇ ਦੇ ਉੱਪਰ ਪੈ ਰਿਹਾ, 5-5, 6-6 ਪੈਨਸ਼ਨਾਂ ਸਾਡੇ ਜਿਹੜੇ ਵਿਧਾਇਕ, ਪਾਰਲੀਮੈਂਟੇਰੀਅਨ ਜਾਂ ਮੇਅਰਸ ਲੈ ਰਹੇ ਆ, ਉਸ ਗੱਲ ਨੂੰ ਉਹ ਟਾਲ ਗਏ। ਔਰ ਹੁਣ 110 ਕਰੋੜ ਦਾ ਹਵਾਲਾ ਦੇ ਕੇ ਉਹਨਾਂ ਨੇ ਉਸ ਦਿਨ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਕਿ ਇਹ ਜਿਹੜਾ ਹੈਗਾ ਚਿੱਟਾ ਹਾਥੀ ਬਣ ਗਿਆ ਸਾਡੇ ਵਾਸਤੇ। ਪਰ ਇਹ ਉਹੀ ਸਰਦਾਰ ਮਨਪ੍ਰੀਤ ਸਿੰਘ ਬਾਦਲ ਨੇ ਜਿਹੜੇ ਅਗਰ ਇੰਨੇ ਭੋਲੇ ਜਾਂ ਇੰਨੇ ਘੱਟ ਪੜ੍ਹੇ ਤਾਂ ਹੈ ਨਹੀਂ ਕਿ ਇਹਨਾਂ ਨੂੰ ਇਸ ਗੱਲ ਬਾਰੇ ਚਾਨਣਾ ਨਹੀਂ ਸੀਗਾ ਜਦੋਂ ਅਸੈਂਬਲੀ ਚੋਣਾਂ ਦੇ ਵਿੱਚ ਇਹ ਕਹਿੰਦੇ ਰਹੇ ਕਿ ਮੈਂ ਚਿਮਨੀਆਂ ਦੇ ਵਿੱਚੋਂ ਧੂੰਆਂ ਨਿਕਲਣ ਲਾ ਦੂੰਗਾ। ਔਰ 3 ਜਿਹੜੇ ਇਹਨਾਂ ਨੇ ਨੁਕਤੇ ਉਠਾਏ, ਇਹਨਾਂ ਨੇ ਕਿਹਾ ਕਿ ਇੱਕ ਦਾ ਕਮਰਸ਼ੀਅਲ ਪੱਖ ਹੈ, ਇੱਕ ਐਡਮਿਨਿਸਟ੍ਰੇਟਿਵ ਪੱਖ ਹੈ, ਇੱਕ ਐਨਵਾਇਰਨਮੈਂਟਲ ਪੱਖ ਹੈ। ਪਹਿਲੇ ਦੋਨਾਂ ਪੱਖਾਂ ਤੋਂ ਪਹਿਲਾਂ ਮੈਂ ਤੀਸਰਾ ਜਿਹੜਾ ਪੱਖ, ਐਨਵਾਇਰਨਮੈਂਟਲ ਪੱਖ, ਜਿਹੜਾ ਮੈਂ ਤੁਹਾਨੂੰ ਪ੍ਰੋਜੈਕਟ ਰਿਪੋਰਟ ਦੀ ਗੱਲ ਕੀਤੀ ਕਿ ਬੋਰਡ ਆਫ ਡਾਇਰੈਕਟਰਸ ਨੇ ਅਪਰੂਵ ਕਰਕੇ ਪੰਜਾਬ ਸਰਕਾਰ ਦੇ ਸਾਹਮਣੇ ਇਹ ਗੱਲ ਰੱਖੀ ਸੀ, ਤਜਵੀਜ਼ ਪੇਸ਼ ਕੀਤੀ ਸੀਗੀ ਕਿ
ਇਹਨੂੰ ਪਰਾਲੀ ਤੇ ਚਲਾਇਆ ਜਾਵੇ, ਜਿਹਦੇ ਨਾਲ এনवायरमेंट ਵਾਲਾ ਜਿਹੜਾ ਸਮੱਸਿਆ ਹੈਗੀ ਆ ਉਹ ਪਰਾਲੀ ਲੱਖਾਂ ਟਨ ਇਹਦੇ ਵਿੱਚ ਕੰਜ਼ਿਊਮ ਹੋਊਗੀ, ਉਹ ਵੀ ਫਾਇਦਾ ਹੋਊਗਾ, ਕਿਸਾਨਾਂ ਨੂੰ ਪਰਾਲੀ ਦੇ ਪੈਸੇ ਮਿਲਣਗੇ। ਪਾਵਰਕੌਮ ਜਿਹੜੀ ਹੈਗੀ ਆ 300 ਕਰੋੜ ਰੁਪਈਆ ਆਪਦੇ ਪੱਲਿਓਂ ਖਰਚੂਗੀ ਔਰ 706 ਕਰੋੜ ਰੁਪਏ 5 ਸਾਲਾਂ ਦੇ ਵਿੱਚ ਜਿਹੜਾ ਹੈਗਾ ਉਹ ਬਚਤ ਹੋਣੀ ਸੀ। ਲਗਭਗ ਮੇਰੇ ਖਿਆਲ ਨਾਲ 140 ਕਰੋੜ ਰੁਪਏ ਪਰ ਈਅਰ ਜਿਹੜੇ ਹੈਗੇ ਆ ਉਹ ਸਰਕਾਰ ਦੀ ਬਚਤ ਹੋਣੀ ਸੀਗੀ। ਸੋ ਉਸ ਸਾਰੀ ਗੱਲ ਨੂੰ ਅੱਖੋਂ ਪਰੋਖੇ ਕਰਕੇ ਔਰ 300 EMPLOYEES ਜਿਹੜੇ ਹੈਗੇ ਆ ਉਹਨਾਂ ਨੂੰ ਇਹਦੇ ਵਿੱਚ ਰੁਜ਼ਗਾਰ ਮਿਲਣਾ ਸੀਗਾ, ਸਿਰਫ ਉਹ ਇੱਕ ਜਿਹੜਾ 120 ਮੈਗਾਵਾਟ ਦਾ ਯੂਨਿਟ ਚਲਾਉਣ ਦੇ ਨਾਲ। ਤਾਂ ਉਹਨਾਂ ਸਾਰੀਆਂ ਗੱਲਾਂ ਨੂੰ ਦਰਕਿਨਾਰ ਕਰਕੇ ਇਹਨਾਂ ਨੇ ਆਪਦੇ ਜਿਹੜੇ ਵੈਸਟਡ ਇੰਟਰਸਟ ਆ ਉਹਨਾਂ ਦੀ ਖਾਤਰ ਇਹ ਸਾਰੀ ਗੋਂਦ ਜਿਹੜੀ ਹੈਗੀ ਗੁੰਦੀ ਹੈ। ਜਿਵੇਂ ਇੱਕ ਕਾਨਫਰੰਸ 'ਚ ਕਹਿ ਰਹੇ ਸੀ ਕਿ 25 ਤੋਂ 27 ਸਾਲ ਬੁਨਿਆਦ ਹੁੰਦੀ ਹੈ ਤੇ 40 ਸਾਲ ਦੇ ਕਰੀਬ ਹੋ ਗਈ, ਇਹਨੂੰ ਰੱਖ ਨਹੀਂ ਸਕਦੇ। ਕਰੀਬ 765 ਕਰੋੜ ਰੁਪਈਆ ਜਿਹੜਾ ਹੈਗਾ ਵਾ ਥਰਮਲ ਦੀ ਰੀਸਟਰਕਚਰਿੰਗ ਜਾਂ ਜਿਹੜੀ এনवायरमेंट ਕਲੀਅਰੈਂਸ ਆਪਾਂ ਕਹਿ ਦਿੰਦੇ ਹਾਂ, ਕਿਉਂਕਿ ਸਰ ਮਨਪ੍ਰੀਤ ਸਿੰਘ ਬਾਦਲ ਨੇ ਪ੍ਰੈਸ ਕਾਨਫਰੰਸ ਦੇ ਸ਼ੁਰੂਆਤ 'ਚ ਇਹ ਕਿਹਾ ਕਿ ਇਹ ਲਗਭਗ 38-40 ਸਾਲ ਪੁਰਾਣਾ ਹੋ ਚੁੱਕਿਆ ਔਰ ਸੈਂਟਰਲ ਇਲੈਕਟ੍ਰਿਸਿਟੀ ਰੈਗੂਲੈਰਿਟੀ ਜਿਹੜਾ ਕੋਈ ਕਮਿਸ਼ਨ ਹੈਗਾ ਉਹਨਾਂ ਦੇ ਵੱਲੋਂ ਸੈਂਟਰਲ ਇਲੈਕਟ੍ਰਿਸਿਟੀ ਅਥਾਰਟੀ ਉਹਨਾਂ ਦੀਆਂ ਗਾਈਡਲਾਈਨਸ ਆ ਕਿ ਜਿਹੜੇ ਵੀ 25 ਸਾਲ ਤੋਂ ਪੁਰਾਣੇ ਔਰ ਅਨਇਕਨੋਮਿਕ ਔਰ এনवायरमेंट ਦੇ ਅਕੋਰਡਿੰਗਲੀ ਠੀਕ ਪਲਾਂਟਸ ਨਹੀਂ ਹੈਗੇ ਥਰਮਲ ਬੇਸਡ, ਉਹਨਾਂ ਨੂੰ ਬੰਦ ਕਰ ਦਿੱਤਾ ਜਾਵੇ। ਔਰ ਇਹਦੀ ਜਿਹੜੀ 765 ਕਰੋੜ ਰੁਪਏ ਜਿਹੜੇ ਮੈਂ ਤੁਹਾਨੂੰ ਦੱਸਿਆ ਕਿ ਇਹਦੇ ਉੱਪਰ ਉਹ এনवायरमेंट ਕਲੀਅਰੈਂਸ ਵਾਸਤੇ ਕਿ ਇਹ ਪੋਲਿਊਸ਼ਨ ਜਿਹੜਾ ਹੈਗਾ ਜਾਂ এনवायरमेंट ਨੂੰ ਨਾ ਖਰਾਬ ਕਰੇ ਉਹ ਖਰਚੇ ਗਏ ਆ। ਔਰ ਉਸ ਤੋਂ ਇਲਾਵਾ ਜਿਹੜਾ 2030 ਤੱਕ ਇਹਦੀ ਜਿਹੜੀ ਹੁਣ ਬੁਨਿਆਦ ਹੈਗੀ ਆ ਚੌਥੇ ਯੂਨਿਟ ਦੀ, ਜਿਹਨੂੰ ਬਾਕਾਇਦਾ ਚਲਾਇਆ ਜਾ ਸਕਦਾ ਸੀਗਾ। ਔਰ ਈਵਨ ਪਾਵਰਕੌਮ ਨੇ ਜਿਹੜਾ ਆਉਣ ਵਾਲਾ ਟਾਈਮ ਹੈ ਉਹ ਸੋਲਰ ਐਨਰਜੀ ਦਾ, ਸੂਰਜੀ ਊਰਜਾ ਦਾ ਸਮਾਂ ਆ, ਤਾਂ ਉਹਨਾਂ ਨੇ ਜਿਹੜਾ ਸੋਲਰ ਐਨਰਜੀ ਦੇ ਉੱਪਰ ਵੀ ਚਲਾਉਣ ਦਾ ਇਹਨੂੰ ਪ੍ਰਪੋਜ਼ਲ ਦਿੱਤਾ ਸੀ, ਉਹ ਦੈਟ ਆਲਸੋ ਹੈਜ਼ ਬਿਨ ਡੰਪਡ ਇਨ ਦਾ ਡਸਟਬਿਨ। ਜਿਵੇਂ ਮਨਪ੍ਰੀਤ ਸਿੰਘ ਬਾਦਲ ਨੇ ਗੱਲਬਾਤ ਕੀਤੀ ਸੀ ਕਿ ਇਹਦੇ ਵਿੱਚੋਂ ਪ੍ਰਦੂਸ਼ਣ ਨਿਕਲਦਾ, ਵਾਤਾਵਰਨ ਖਰਾਬ ਹੁੰਦਾ। ਇੱਕ ਪਾਸੇ ਜਿਹੜੇ ਆ ਭੱਠਿਆਂ 'ਚੋਂ ਵੇਖਾਂਗੇ ਜਾਂ ਕਾਰਖਾਨਿਆਂ 'ਚੋਂ ਵੇਖਾਂਗੇ ਧੂੰਆਂ ਸ਼ਰੇਆਮ ਨਿਕਲ ਰਿਹਾ, ਉੱਥੇ ਧਿਆਨ ਨਹੀਂ ਜਾਂਦਾ। ਇਹ ਤਾਂ ਸਰਕਾਰ ਦੀ ਫਿਰ ਦੋਹਰੀ ਤੀਹਰੀ ਨੀਤੀ ਹੈ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜਦੋਂ ਉਹਨਾਂ ਨੂੰ ਪੈਨਸ਼ਨਾਂ ਦਾ ਸਵਾਲ ਕੀਤਾ ਗਿਆ ਉਹ ਟਾਲ ਗਏ। 74 ਕਰੋੜ ਰੁਪਈਆ ਇੱਕ ਟੈਨਿਓਰ ਦਾ ਜਿਹੜੀ ਪਾਰਲੀਮੈਂਟ ਦੇ ਵਿੱਚ ਕੈਂਟੀਨ ਆ, 74 ਕਰੋੜ ਰੁਪਈਆ ਉੱਥੋਂ ਸਬਸਿਡੀ ਮਿਲਦੀ ਹੈ ਖਾਣੇ ਦੀ, ਕਿ ਅਗਰ ਬਾਹਰ ਕੋਈ ਵੈਜੀਟੇਰੀਅਨ ਖਾਣੇ ਦੀ ਪਲੇਟ 100 ਰੁਪਏ ਦੀ ਆ ਤਾਂ ਉੱਥੇ 60 ਜਾਂ 70 ਰੁਪਏ ਦੀ ਆ, ਅਗਰ ਕੋਈ ਨਾਨ ਵੈਜ ਬਾਹਰ 200 ਰੁਪਏ ਦਾ ਤਾਂ ਉੱਥੇ ਅਕੋਰਡਿੰਗਲੀ ਉਹ 100 ਰੁਪਏ ਦਾ ਵਾ। ਉਹਦੀ ਜਿਹੜੀਆਂ ਸਲੈਬਸ ਹੈਗੀਆਂ ਸਬਸਿਡੀ ਦੀਆਂ, ਤਾਂ ਟੋਟਲ ਦੈਟ ਅਮਾਊਂਟ ਇਜ਼ ਅਰਾਊਂਡ 74 ਕਰੋੜ ਫॉर 5 ਈਅਰਸ। ਉੱਥੇ ਤਾਂ ਕਦੇ ਕਿਸੇ ਪੰਜਾਬ ਤੋਂ 20 ਮੈਂਬਰ ਪਾਰਲੀਮੈਂਟ ਨੇ, 7 ਰਾਜ ਸਭਾ ਦੇ ਅਤੇ 13 ਲੋਕ ਸਭਾ ਦੇ, ਔਰ ਵੱਖੋ ਵੱਖਰੀਆਂ ਸਿਆਸੀ ਤਨਜ਼ੀਮਾਂ ਨੂੰ ਬਿਲੋਂਗ ਕਰਦੇ ਆ, ਵੱਖੋ ਵੱਖਰੀਆਂ ਸਿਆਸੀ ਜਮਾਤਾਂ ਨੂੰ ਦੀ ਨੁਮਾਇੰਦਗੀ ਕਰਦੇ ਆ, ਤਰਜਮਾਨੀ ਕਰਦੇ ਆ। ਉੱਥੇ ਤਾਂ ਕਿਸੇ ਨੇ ਨਹੀਂ ਕਿਹਾ ਕਿ ਬੜਾ ਖਸਾਰਾ ਹੋ ਰਿਹਾ ਵਾ ਕੇਂਦਰ ਸਰਕਾਰ ਦੇ ਜਾਂ ਸੂਬਾ ਸਰਕਾਰ ਦੇ ਖਜ਼ਾਨੇ ਨੂੰ। ਔਰ ਇਵੇਂ ਤੁਹਾਡੀ ਜਿਹੜੀ ਗੱਲ ਹੈ ਕਿ ਭੱਠਿਆਂ ਦੀ ਕਲੀਅਰੈਂਸ ਜਾਂ ਹੋਰ ਜਿਹੜੇ ਜਿੱਥੋਂ ਪੋਲਿਊਸ਼ਨ ਹੋ ਰਿਹਾ ਵਾ ਉਸ ਸਮੇਂ ਦੇ ਉੱਪਰ ਇਹ ਸਾਰੇ ਅੱਖਾਂ ਮੂੰਦ ਲੈਂਦੇ ਆ। ਹੁਣ ਤੁਸੀਂ ਗੁਰੂ ਨਾਨਕ ਮੋਦੀ ਖਾਨੇ ਦਾ ਰੌਲਾ ਪਿਆ ਹੈ, ਉਹ ਲੁਧਿਆਣੇ ਮੈਡੀਸਨਸ ਦਾ ਤਾਜ਼ਾ, ਤਾਂ ਉਹ ਬਹੁਤ ਸਾਰੇ ਲੋਕ ਉਹਦੇ ਅਗੇਂਸਟ ਜਿਹੜੇ ਫਾਰਮਾਸਿਊਟੀਕਲ ਇੰਡਸਟਰੀ ਨਾਲ ਬਿਜ਼ਨਸ ਨਾਲ ਜੁੜੇ ਹੋਏ ਆ, ਉਹ ਕਹਿ ਰਿਹਾ ਕਿ ਨਹੀਂ ਜੀ ਐਥੀਕਲ ਔਰ ਜੈਨਰਿਕ ਮੈਡੀਸਨ ਦਾ ਇਹ ਫਰਕ ਹੁੰਦਾ। ਪਰ ਅੱਜ ਤੋਂ ਪਹਿਲਾਂ ਕਿਸੇ ਨੇ ਸਾਨੂੰ ਇਹ ਗੱਲ ਦੱਸੀ ਨਹੀਂ। ਸੋ ਆਇਡੈਂਟੀਕਲੀ ਲਾਈਕਵਾਈਜ਼ ਇਨ ਦਿਸ ਕੇਸ ਕਿ ਇਹ ਜਿਹੜਾ ਹੋਰ ਪੋਲਿਊਸ਼ਨ ਦੇ ਸਰੋਤ ਹੈਗੇ ਆ ਉਹਨਾਂ ਬਾਰੇ ਕਦੇ ਗੱਲ ਨਹੀਂ ਹੁੰਦੀ। ਇੱਥੇ ਇਹਨਾਂ ਦੇ ਆਪਦਾ ਮਨ ਬਣਾ ਲਿਆ ਜਾਂ ਇਹਨਾਂ ਦੇ ਆਪਦੇ ਕੋਈ ਤਜਾਰਤੀ ਹਿੱਤ ਹੋਣਗੇ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੇ ਪ੍ਰੈਸ ਕਾਨਫਰੰਸ 'ਚ ਤਾਂ ਕਿਹਾ ਕਿ ਅਸੀਂ ਇੰਡਸਟਰੀਅਲ ਪਾਰਕ, ਫਾਰਮਾਸਿਊਟੀਕਲ ਪਾਰਕ ਜਿਹੜਾ ਬਣਾਵਾਂਗੇ, ਪਰ ਜਿਹੜੇ ਸੂਬੇ ਦੇ ਨਾਮੀ ਵਰਨਾਕੂਲਰਸ ਜਿਹੜੇ ਅਖਬਾਰ ਲਿਖ ਰਹੇ ਆ ਜਦੋਂ ਕਿ ਪੁੱਡਾ ਨੂੰ ਜ਼ਮੀਨ ਦੇਣ ਜਾ ਰਹੇ ਆ। ਅਗਰ ਫਾਰਮਾਸਿਊਟੀਕਲ ਪਾਰਕ ਜਿਹੜਾ ਹੈਗਾ ਸੈਂਟਰਲ ਗਵਰਨਮੈਂਟ ਨੇ ਬਣਾਉਣਾ, ਇੰਡਸਟਰੀਅਲ ਪਾਰਕ ਜਿਹੜਾ ਉਹ ਕਹਿੰਦੇ ਕਿ ਚਾਈਨਾ ਤੋਂ ਇੰਡਸਟਰੀ ਜਿਹੜੀ ਟੁੱਟ ਕੇ ਆ ਰਹੀ ਹੈ ਇੱਥੇ, ਤਾਂ ਦੈਨ ਵਾਈ ਦੇ ਆਰ ਗਿਵਿੰਗ ਦਿਸ ਲੈਂਡ ਟੂ ਪੁੱਡਾ, ਔਰ 100 ਕਰੋੜ ਦੇ ਲੋਨ ਦੀ ਉਹਦੇ ਉੱਪਰ ਗਰੰਟੀ ਵੀ ਪਾ ਰਹੇ ਆ। ਸੋ ਇਹ ਨੰਬਰ ਆਫ ਥਿੰਗਸ ਵਿਚ ਹੈਵ ਟੂ ਅਨਫੋਲਡ ਇਨ ਫਿਊਚਰ। ਇੱਕ ਪਾਸੋਂ ਗੱਲ ਕਰਦੇ ਸੀ ਕਿ ਇੱਥੇ ਸਾਨੂੰ 7 ਜਾਂ 7.5 ਰੁਪਏ ਪਰ ਯੂਨਿਟ ਦਾ ਖਰਚਾ ਆਉਂਦਾ ਸੀਗਾ, ਸਾਨੂੰ 3 ਜਾਂ 3.5 ਰੁਪਏ ਜਾਂ 3 ਰੁਪਏ ਦੇ ਨੀਅਰ ਅਬਾਊਟ ਸਾਨੂੰ ਜਿਹੜੀ ਯੂਨਿਟ ਮਿਲ ਰਹੀ ਹੈ। ਇੰਨਾ ਖਰਚਾ ਕਿਉਂ ਕੀਤਾ ਜਾਣਾ ਚਾਹੀਦਾ? ਸਾਨੂੰ ਹੋਰ ਚੀਜ਼ਾਂ ਵੀ ਦੇਖਣੀਆਂ ਪੈਂਦੀਆਂ। ਲੋਕਾਂ ਨੂੰ ਤਾਂ 11 ਰੁਪਏ ਪਰ ਯੂਨਿਟ ਮਿਲ ਰਹੀ ਹੈ। ਇਹ ਤਾਂ ਇਸ ਗੱਲ ਦਾ ਜਵਾਬ ਤਾਂ ਹੁਣ ਖਜ਼ਾਨੇ ਦੇ ਵਜ਼ੀਰ ਹੀ ਦੇ ਸਕਦੇ ਆ ਕਿ ਉਹਨਾਂ ਨੇ ਕਿਸ ਕੰਟੈਕਸਟ 'ਚ ਉਹਨਾਂ ਨੇ, ਮੈਂ ਉਹ ਪੂਰੀ ਪ੍ਰੈਸ ਕਾਨਫਰੰਸ ਸੁਣੀ ਬੜੇ ਧਿਆਨ ਨਾਲ। ਉਹਨਾਂ ਦੇ ਲਫ਼ਜ਼ ਇਹ ਸੀ ਕਿ ਹੁਣ ਜਿਸ ਟਾਈਮ ਆਪਾਂ ਗੱਲ ਕਰ ਰਹੇ ਹਾਂ, ਬਿਜਲੀ ਜਿਹੜੀ ਆ 2 ਰੁਪਏ 30 ਪੈਸੇ, 2 ਰੁਪਏ 70 ਪੈਸੇ ਸਾਨੂੰ ਮਿਲ ਰਹੀ ਹੈ, ਔਰ ਬਿੱਲ ਤੁਸੀਂ ਕੱਢ ਕੇ ਦੇਖ ਲਓ। ਇਹ ਤੋਂ ਕਲੀਅਰ ਹੈ ਕਿ ਇੰਨਾ ਪੈਸੇ ਦਾ ਘਪਲਾ ਹੋ ਰਿਹਾ। ਘਪਲਾ ਤਾਂ ਇਹਦੇ ਵਿੱਚ ਬਹੁਤ ਹੈ ਜੀ। ਜਿਹੜੀ ਉਹਨਾਂ ਨੇ এনवायरमेंट ਕਲੀਅਰੈਂਸ ਦੀ ਗੱਲ ਕੀਤੀ ਹੈ, ਇਹਦੇ ਵਿੱਚ
ਸੈਂਟਰਲ ਇਲੈਕਟ੍ਰਿਸਿਟੀ ਗਾਈਡਲਾਈਨਸ ਵੱਲੋਂ ਇੱਕ ਮੈਰਿਟ ਆਰਡਰ ਦੀ ਉਹਨਾਂ ਨੇ ਗੱਲ ਕੀਤੀ ਸੀ ਕਿ ਮੈਰਿਟ ਆਰਡਰ ਦਾ ਜਿਹੜਾ ਹੈਗਾ ਕਿ ਇਲੈਕਟ੍ਰਿਸਿਟੀ ਅਗਰ 2 ਰੁਪਏ ਮਿਲਦੀ ਆ ਤਾਂ ਅਸੀਂ 5 ਰੁਪਏ ਵਾਲੀ ਕਿਉਂ ਖਰੀਦਾਂਗੇ। ਦੂਸਰਾ ਉਹਨਾਂ ਨੇ ਇੱਕ ਪੀ ਲੋਡ ਫੈਕਟਰ ਦੀ ਗੱਲ ਕੀਤੀ ਸੀ ਕਿ ਉਹ ਜਿਹੜਾ 7.23% ਹੈਗਾ ਵੀ 92% ਮੀਨ ਟੂ ਸੇ ਕਿ 100 ਦੇ ਵਿੱਚੋਂ 90% ਜਾਂ ਸਮਾਂ ਜਿਹੜਾ ਜੇ 24 ਘੰਟਿਆਂ ਚੋਂ 90% ਲਾ ਲਓ ਤਾਂ ਉਹ 24 ਘੰਟਿਆਂ ਚੋਂ 22 ਘੰਟੇ ਥਰਮਲ ਬੰਦ ਰਹਿੰਦਾ ਤੇ ਇਹ ਸਾਡੇ ਲਈ ਹੁਣ ਚਿੱਟਾ ਹਾਥੀ ਸਿੱਧ ਹੋ ਰਿਹਾ ਔਰ 110 ਕਰੋੜ ਰੁਪਏ ਦੀ ਮੇਨਟੇਨੈਂਸ ਦੇ ਉੱਪਰ ਲੱਗ ਰਿਹਾ ਤਾਂ ਉਹ ਜਿਹੜਾ ਜਿਹੜੇ ਹੁਣ ਪ੍ਰਾਈਵੇਟ ਪਲਾਂਟਸ ਹੈਗੇ ਆ ਚਾਹੇ ਉਹ ਬਣਾ ਵਾਲਾ ਚਾਹੇ ਰਾਜਪੁਰੇ ਵਾਲਾ ਔਰ ਚਾਹੇ ਗੋਇੰਦਵਾਲ ਸਾਹਿਬ ਵਾਲਾ ਤਾਂ ਉਹ ਅਗਰ ਕੋਈ ਵਿਅਕਤੀ ਉਹਨਾਂ ਸਾਰਿਆਂ ਦੀ ਖੋਜਬੀਨ ਕਰੇ ਗੌਰਵ ਖੋਜ ਕਰੇ ਉਹਦੇ ਤੇ ਹੋ ਸਕਦਾ ਉੱਥੋਂ ਬਹੁਤ ਸਾਰੀਆਂ ਚੀਜ਼ਾਂ ਨਿਕਲ ਕੇ ਸਾਹਮਣੇ ਆਉਣ। ਹਾਂਜੀ ਜੀ, ਜਿਵੇਂ ਤੁਸੀਂ ਕਿਹਾ ਸੀ ਕਿ ਪੁੱਡਾ ਨੇ 100 ਕਰੋੜ ਦਾ ਉੱਥੇ ਲੋਨ ਪਾਸ ਹੁੰਦਾ ਹੈ, ਦੂਸਰੇ ਪਾਸੇ ਇਹ ਕਹਿ ਰਿਹਾ ਕਿ ਉਹਨੂੰ ਅਸੀਂ ਪਾਣੀ ਦੇ ਤੌਰ ਤੇ ਵਰਤਾਂਗੇ, ਜਦੋਂ ਪਾਣੀ ਬੰਦ ਹੋ ਜਾਂਦਾ ਉਹਨੂੰ ਲੰਮਾ ਸਮਾਂ ਅਸੀਂ ਉਹਦੇ 'ਚ ਜਮ੍ਹਾਂ ਕਰਕੇ ਰੱਖ ਸਕਦੇ ਹਾਂ, ਝੀਲਾਂ ਨੂੰ ਅਸੀਂ ਇੱਦਾਂ ਨਹੀਂ ਖਰਾਬ ਕਰਦੇ, ਉਹਨਾਂ ਨੂੰ ਵਰਤਾਂਗੇ, ਇੱਦਾਂ ਹੀ ਬਹਾਲ ਰੱਖਾਂਗੇ। ਉਹ ਤਾਂ ਸਾਹਿਬ ਸਾਰੇ ਬਹਾਨੇ ਨੇ ਮੌਕੇ ਦੇ ਉੱਪਰ ਗੱਲ ਨੂੰ ਟੈਕਲ ਕਰਨ ਵਾਸਤੇ ਜਾਂ ਘੁਮਾਉਣ ਵਾਸਤੇ। ਸਦੀਆਂ ਤੋਂ ਜਦੋਂ ਤੋਂ ਬਠਿੰਡਾ ਸ਼ਹਿਰ ਵਸਿਆ ਹੋਇਆ ਉਦੋਂ ਤੋਂ ਲੈ ਕੇ ਜਦੋਂ ਵੀ ਕੋਈ ਸਮੱਸਿਆ ਦਰਪੇਸ਼ ਆਉਂਦੀ ਆ ਤਾਂ ਉਹਦਾ ਕੋਈ ਨਾ ਕੋਈ ਅਲਟਰਨੇਟਿਵ ਕੱਢ ਲਿਆ ਜਾਂਦਾ। ਹੁਣ ਚਲੋ ਜਿਹੜਾ ਜ਼ਮੀਨਦੋਜ਼ ਪਾਣੀ ਆ ਉਹ ਪੀਣ ਯੋਗ ਨਹੀਂ ਰਿਹਾ, ਦੈਟ ਇਜ਼ ਨਾਟ ਅ ਡਰਿੰਕੇਬਲ ਵਾਟਰ, ਉਹਨਾਂ ਨੇ ਫਾਈਨਾਂਸ ਮਿਨਿਸਟਰ ਸਾਹਿਬ ਨੇ ਵੀ ਇਹੀ ਗੱਲ ਕੀਤੀ। ਪਰ ਅਗਰ ਜੇ ਥਰਮਲ ਹੁਣ ਤੱਕ ਚੱਲ ਰਿਹਾ ਸੀ ਤਾਂ ਹੁਣ ਤੱਕ ਬਠਿੰਡੇ ਦੇ ਲੋਕ ਪਾਣੀ ਕੋਲੋਂ ਪਿਆਸੇ ਥੋੜ੍ਹਾ ਰਹਿ ਗਏ ਸੀ। ਇਹ ਤਾਂ ਸਿਰਫ ਇੱਕ ਉਹਨਾਂ ਨੇ ਬਹਾਨਾ ਬਣਾਇਆ ਜਦੋਂ ਪ੍ਰੈਸ਼ਰ ਬਿਲਟ ਹੋਇਆ। ਅਦਰਵਾਈਜ਼ ਜਿੰਨਾ ਕੁ ਅਖਬਾਰਾਂ ਦੇ ਵਿੱਚ ਜਾਂ ਹੋਰ ਮੁਖਤਲਿਫ ਸੋਰਸਿਸ ਤੋਂ ਅਸੀਂ ਪੜ੍ਹਿਆ ਹੈਗਾ ਕਿ ਚਰਨਜੀਤ ਸਿੰਘ ਭੁੱਲਰ ਨੇ ਪੰਜਾਬੀ ਟ੍ਰਿਬਿਊਨ 'ਚ ਲੰਬਾ ਚੌੜਾ ਲੇਖ ਇਹਦੇ 'ਤੇ ਲਿਖਿਆ ਸੀ, ਉਹਨਾਂ ਨੇ ਹੀ ਸਭ ਤੋਂ ਪਹਿਲਾਂ ਲੋਕਾਂ ਦੇ ਧਿਆਨ 'ਚ ਲਿਆਂਦਾ ਕਿ ਟੋਟਲ 1764 ਏਕੜ ਜ਼ਮੀਨ ਆ ਜਿਹਦੇ 'ਚੋਂ 164 ਦੇ ਵਿੱਚ ਝੀਲਾਂ ਨੇ, ਬਾਕੀ ਜਿੱਥੇ ਰਾਖ ਦੇ ਸਵਾਹ ਦੇ ਡੰਪ ਬਣੇ ਹੋਏ ਆ ਔਰ ਜਿੱਥੇ ਕਲੋਨੀ ਆ ਕੋਈ 150 ਏਕੜ ਦੇ ਵਿੱਚ ਸ਼ਾਇਦ, ਔਰ ਜਿੱਥੇ ਚਿਮਨੀਆਂ ਬਣੀਆਂ ਨੇ ਸਾਰਾ ਪਲਾਂਟ ਹੈਗਾ। ਤਾਂ ਉਹ ਸਿਰਫ ਉਸ ਪ੍ਰੈਸ਼ਰ ਨੂੰ ਟੈਕਲ ਕਰਨ ਦੇ ਵਾਸਤੇ, ਉਹਨੂੰ ਕਨਫਰੰਟ ਕਰਨ ਵਾਸਤੇ ਉਸ ਗੱਲ ਨੂੰ ਇਹਨਾਂ ਨੇ ਸਾਰੀ ਜਿਹੜੀ ਉਹ ਆਪਦੀ ਵਿਉਂਤਬੰਦੀ 'ਚ ਤਬਦੀਲੀ ਕੀਤੀ ਉਨੀ ਕੁ ਕਿ ਹਾਂ ਜਿਹੜਾ ਝੀਲਾਂ ਦਾ ਪਾਣੀ ਆ ਉਸ ਇਟਸ ਅ ਲੌਂਗ ਵੇ ਵੀ ਇਹ ਕਿਸ ਤਰੀਕੇ ਨਾਲ ਉਹਨੂੰ ਸਾਰਾ ਵਰਤਣਗੇ ਉਹ ਵੀ ਹਲੇ ਭਵਿੱਖ ਦੀ ਬੁੱਕਲ 'ਚ ਹੈ। ਇੱਕ ਵਾਰ ਉਹਨਾਂ ਨੇ ਮੀਡੀਆ ਨੂੰ ਔਰ ਲੋਕਾਂ ਦੇ ਪ੍ਰੈਸ਼ਰ ਨੂੰ ਸ਼ਾਂਤ ਕਰਨ ਖਾਤਰ ਇਹ ਗੱਲ ਜਿਹੜੀ ਹੈਗੀ ਆ ਉਹ ਪਬਲਿਕ ਡੋਮੇਨ ਦੇ ਵਿੱਚ ਰੇੜ ਦਿੱਤੀ। ਬਿਲਕੁਲ, ਇਸ ਤੇ ਸੰਬੰਧੀ ਧਰਨਾ ਲੱਗਦਾ ਉੱਥੇ ਬਹੁਤ ਵੱਡਾ, ਮੀਡੀਆ ਵੀ ਜਿਹੜਾ ਉਹ ਧਰਨੇ ਵਾਲਿਆਂ ਦੇ ਹੱਕ 'ਚ ਹੁੰਦਾ ਹੈ, ਸਰਕਾਰਾਂ ਦੇ ਖਿਲਾਫ ਆ। ਉਹ ਕਹਿੰਦੇ ਸਾਡੀ ਪਹਿਚਾਣ ਹੈ ਇੱਥੋਂ ਦੀ, ਬਠਿੰਡੇ ਦੀ ਪਛਾਣ ਜਿਹੜੀ ਥਰਮਲ ਪਲਾਂਟ ਹੈਗੀ ਉਹਦੇ ਕਰਕੇ ਜਾਣਿਆ ਜਾਂਦਾ ਬਠਿੰਡਾ। ਹੁਣ ਉਹ ਗੱਲ ਵੱਖਰੀ ਹੈ ਕਿ ਇੱਥੇ ਪੜ੍ਹਾਈ ਦੇ ਸਾਧਨ ਵੱਧ ਕੇ ਜਾਂ ਉਹਨਾਂ ਚੀਜ਼ਾਂ ਕਰਕੇ ਪਹਿਚਾਣ ਬਣਦੀ ਜਾ ਰਹੀ ਆ, ਪਰ ਤੁਹਾਨੂੰ ਲੱਗਦਾ ਹੈ ਕਿ ਇਹਦੇ 'ਚ ਕਾਮਯਾਬੀ ਆਮ ਲੋਕਾਂ ਨੂੰ ਮਿਲੇਗੀ ਕਿ ਜਾਂ ਫਿਰ ਕਲੀਅਰ ਕੱਟ ਹੀ ਹੈ ਕਿ ਇਹਨੂੰ ਖਤਮ ਕੀਤਾ ਜਾਏਗਾ? ਨਹੀਂ, ਹੁਣ ਇਹ ਖਤਮ ਹੋਣੋਂ ਨਹੀਂ ਰੁਕ ਸਕਦਾ ਅਗਰ ਬਹੁਤ ਵੱਡੀ ਮਾਸ ਮੂਵਮੈਂਟ ਬਣੇ, ਸਾਰੀਆਂ ਵਿਰੋਧੀ ਧਿਰਾਂ ਇਕੱਠੀਆਂ ਹੋਣ, ਕਿਉਂਕਿ ਅਕਾਲੀ ਦਲ ਦੇ ਸਮੇਂ ਤੋਂ ਤਾਂ ਇਹਦੀ ਜਿਹੜੀ ਆ ਸ਼ੁਰੂਆਤ ਹੋਈ ਸੀ। ਬੇਸਿਕਲੀ ਜਿਹੜੇ ਗੱਲ ਤਾਂ ਫਿਰ ਇਹ ਆ ਕਿ ਕਿਸ ਗੱਲ ਨੂੰ ਤੁਸੀਂ ਰੋਗੇ ਕਿ ਹਰ ਸ਼ਾਖ ਪੇ ਉੱਲੂ ਬੈਠਾ ਹੈ ਅੰਜਾਮੇ ਗੁਲਿਸਤਾਂ ਕਿਆ ਹੋਗਾ। ਜਿਹੜੇ ਪਾਵਰ ਪਰਚੇਜ਼ ਐਗਰੀਮੈਂਟਸ PPAs ਨੂੰ ਰੱਦ ਕਰਨ ਦੀ ਗੱਲ ਕੀਤੀ ਗਈ ਸੀ, ਜਿਹਦੇ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਅਸੀਂ ਵਾਈਟ ਪੇਪਰ ਲੈ ਕੇ ਆਵਾਂਗੇ, ਉਹ ਹਲੇ ਤੱਕ ਵਾਈਟ ਪੇਪਰ ਵੀ ਨਹੀਂ ਹੋਇਆ। ਹੁਣ ਆਇਆ ਔਰ ਹੁਣ ਕਿਹਾ ਜਾ ਰਿਹਾ ਕਿ ਉਹ ਮੌਨਸੂਨ ਸੈਸ਼ਨ 'ਚ ਅਸੀਂ ਵਾਈਟ ਪੇਪਰ ਲੈ ਕੇ ਆਵਾਂਗੇ। ਉਹ ਪਾਵਰ ਪਰਚੇਜ਼ ਐਗਰੀਮੈਂਟ ਕਰਨ ਵਾਲੇ, ਜਿੱਦ ਕਰਕੇ ਸੂਬੇ ਨੂੰ ਸਰਪਲਸ ਪਾਵਰ ਵਾਲਾ ਸੂਬਾ ਬਣਾਉਣ ਵਾਲੇ ਸਰਦਾਰ ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ, ਉਹ ਕਿਸ ਤਰ੍ਹਾਂ ਇਹਦੇ ਵਿਰੋਧ 'ਚ ਆ ਸਕਦੇ ਆ? ਲੈ ਦੇ ਕੇ ਇਕੱਲੀ ਆਮ ਆਦਮੀ ਪਾਰਟੀ ਬਚਦੀ ਹੈ ਜਿਹੜੇ ਸੰਘਰਸ਼ ਔਰ ਸਟਰਗਲ ਕਰ ਰਹੇ ਆ। ਔਰ ਅਗਰ ਤਾਂ ਇਹ ਮਾਸ ਮੂਵਮੈਂਟ ਬਣ ਜਾਂਦੀ ਹੈ, ਜਿਹੜੀ ਉੱਥੋਂ ਦੀ ਇੰਪਲਾਈਜ਼ ਯੂਨੀਅਨ ਆ ਉਹ ਬੜੇ ਜੰਗੀ ਪੱਧਰ 'ਤੇ ਉਹ ਵੀ ਲੱਗੇ ਹੋਏ ਆ, ਪਰ ਮੁਲਾਜ਼ਮਾਂ ਦੇ ਆਪਦੇ ਹੱਕ ਤੇ ਹਿੱਤ ਹੁੰਦੇ ਆ। ਜਦੋਂ ਸਰਕਾਰ ਉਹਨਾਂ ਦੇ ਉੱਪਰ ਸਖਤੀ ਕਰੇਗੀ ਤਾਂ ਉਹਨਾਂ ਦੇ ਵਿੱਚ ਇੰਨਾ ਜ਼ਬਤ ਨਹੀਂ ਕਿ ਉਹ ਸਰਕਾਰ ਦੀਆਂ ਐਟਰੋਸਿਟੀਜ਼ ਦਾ ਜਿਹੜਾ ਸਾਹਮਣਾ ਕਰ ਸਕਣ। ਇਹ ਜਾਂ ਤਾਂ ਕੋਈ ਵੱਡੀ ਸਿਆਸੀ ਧਿਰ ਜਾਂ ਪੰਜਾਬ ਦੇ ਆਮ ਫਹਿਮ ਅਵਾਮਿਲ ਜਿਹੜੇ ਲੋਕ ਨੇ ਉਹ ਇੱਕ ਵੱਡੀ ਮੂਵਮੈਂਟ ਦੇ ਰੂਪ ਦੇ ਵਿੱਚ ਇਸ ਫੈਸਲੇ ਦੇ ਖਿਲਾਫ ਇਕੱਠੇ ਹੋਣ ਤਾਂ ਕੋਈ ਸੰਭਾਵਨਾ ਹੈ। ਅਦਰਵਾਈਜ਼ ਜਿਹੜਾ ਹੈਗਾ, ਜਿਵੇਂ ਬਲਵੰਤ ਗਾਰਗੀ ਨੇ ਇਹਨੂੰ ਰੱਬ ਦਾ ਘੱਗਰਾ ਕਿਹਾ ਸੀਗਾ ਥਰਮਲ ਨੂੰ, ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਨਿਸਤੇ ਨਬੂਦ ਹੋ ਜਾਏਗਾ। ਇਹ ਜਿਹੜਾ ਰਵਾਇਤੀ ਔਰ ਇਤਿਹਾਸਕ ਭਾਵਨਾਤਮਕ ਪ੍ਰੋਜੈਕਟ ਜਿਹੜਾ ਹੈਗਾ ਇਹਨੂੰ ਖਤਮ ਕਰ ਦਿੱਤਾ ਜਾਊਗਾ। ਪਹਿਲਾਂ ਕਰੋੜਾਂ ਰੁਪਈਆ ਲਾ ਕੇ ਇਸ ਨੂੰ ਖੜਾ ਕੀਤਾ ਗਿਆ, ਹੁਣ ਢਾਹ ਢੇਰੀ ਕੀਤਾ ਜਾਊਗਾ। ਬਿਲਕੁਲ, ਉਦੋਂ ਤਾਂ ਬਣਾਇਆ ਹੀ ਸੀਗਾ, ਸਮੇਂ ਦੀ ਲੋੜ ਸੀ। ਜਿਹੜਾ ਹੁਣ 7.5 ਪੌਣੇ 800 ਕਰੋੜ ਰੁਪਈਆ ਇਹਦੇ 'ਤੇ ਖਰਚਿਆ ਗਿਆ ਵਾ, ਉਹ ਇਹਨਾਂ ਨੂੰ ਉਦੋਂ ਵੀ ਪਤਾ ਸੀਗਾ ਕਿ ਇਹਦੀ ਮਿਆਦ ਜਿਹੜੀ ਹੈਗੀ ਆ ਉਹ 2020 ਜਾਂ 25 ਤੱਕ ਆ। ਉਸ ਤੋਂ ਬਾਅਦ 2030 ਤੱਕ ਵਧਾਈ ਗਈ। ਔਰ ਜਿਹੜਾ ਇਹ ਪ੍ਰਪੋਜ਼ਲ ਦੀ ਮੈਂ ਗੱਲ ਕਰ ਰਿਹਾ ਕਿ ਪਾਵਰਕੌਮ ਨੇ ਸਰਕਾਰ ਨੂੰ ਕਿਹਾ ਸੀ ਕਿ ਇਹਨੂੰ ਅਸੀਂ ਪਰਾਲੀ ਤੇ ਬਾਇਓਮਾਸ ਤੇ ਚਲਾਵਾਂਗੇ, ਤਾਂ ਉਹ 2030 ਤੱਕ ਹੱਲੇ ਵੀ ਜੇ ਅੱਜ ਵੀ ਅਲਾਓ ਕਰ ਦੇਣ ਤਾਂ 1 ਸਾਲ ਦੇ ਵਿੱਚ ਉਹ ਸਿਰਫ ਉਹਦੇ ਵਿੱਚ ਜਿਹੜੇ ਥਰਮਲ ਦੇ ਕਹਿ ਲਓ ਬੋਇਲਰਸ ਹੈਗੇ ਆ,
ਜਾਂ ਇੱਕ ਦੋ ਹੋਰ ਟੈਕਨੀਕਲ ਚੀਜ਼ਾਂ ਉਹਨਾਂ ਦੇ ਵਿੱਚ ਤਬਦੀਲੀ ਕਰਨੀ ਹੈ। ਬਾਕੀ ਸਾਰਾ ਬਣਿਆ ਬਣਾਇਆ ਢਾਂਚਾ ਹੈ। ਔਰ ਉਹਦੇ 'ਚ ਇੱਕ ਗੱਲ ਹੋਰ ਹੈ, ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖਿਓ ਪ੍ਰਾਈਵੇਟ ਬਾਇਓਮਾਸ ਪਲਾਂਟ ਲੱਗਣੇ ਨੇ। ਜੇ ਨਵਾਂ ਪਲਾਂਟ ਲਾਉਂਦੇ ਆ ਤਾਂ ਉਹਦੇ ਉੱਪਰ ਪਰ ਮੈਗਾਵਾਟ ਖਰਚਾ 7 ਕਰੋੜ ਰੁਪਈਆ ਪਰ ਮੈਗਾਵਾਟ ਆਉਂਦਾ। ਔਰ ਅਗਰ ਇਹਨੂੰ ਚਲਾਇਆ ਜਾਂਦਾ ਵਾ ਇਸੇ 120 ਮੈਗਾਵਾਟ ਦੇ ਯੂਨਿਟ ਨੂੰ, ਤਾਂ ਇਹ ਖਰਚਾ 2 ਤੋਂ 2.5 ਰੁਪਏ 2.5 ਕਰੋੜ ਰੁਪਏ ਪਰ ਮੈਗਾਵਾਟ ਜਿਹੜਾ ਹੈਗਾ ਆਊਗਾ। ਔਰ ਇਹ ਕਿਉਂ ਚਲਾਉਣਾ ਪਊਗਾ? ਕਿਉਂਕਿ ਇਲੈਕਟ੍ਰੀਸਿਟੀ ਐਕਟ 2003 ਉਹਦੇ ਵਿੱਚ ਇੱਕ ਰੀਨਿਊਏਬਲ ਪਰਚੇਜ਼ ਓਬਲੀਗੇਸ਼ਨ ਨਾਂ ਦੀ ਮੈਂਡੇਟਰੀ ਪ੍ਰੋਵੀਜ਼ਨ ਆ, ਜਿਹਦੇ ਤਹਿਤ ਸਨ 2020-21 ਦੇ ਦਰਮਿਆਨ 6.5% ਕਿ ਜੇਕਰ ਤੁਸੀਂ 100 ਯੂਨਿਟ ਜਾਂ 100 ਮੈਗਾਵਾਟ ਇਲੈਕਟ੍ਰੀਸਿਟੀ ਪ੍ਰੋਡਿਊਸ ਕਰਦੇ ਹੋ ਤਾਂ 6.5% ਉਹਦਾ ਜਿਹੜਾ ਹੈਗਾ ਵਾ ਮਤਲਬ 6.5% ਉਹ ਤੁਹਾਨੂੰ ਬਾਇਓਮਾਸ ਤੋਂ ਜਿਹੜਾ ਹੈਗਾ ਨੌਨ ਸੋਲਰ ਇਲੈਕਟ੍ਰੀਸਿਟੀ ਪ੍ਰੋਡਿਊਸ ਕਰਨੀ ਪਊਗੀ, ਔਰ 5% ਜਿਹੜੀ ਹੈਗੀ ਆ ਉਹ ਸੋਲਰ ਤੋਂ ਕਰਨੀ ਪਊਗੀ। ਔਰ 2022-23 ਤੱਕ ਇਹ ਜਿਹੜੀ ਕੁਆਂਟੀਟੀ ਹੈਗੀ ਆ ਉਹ 9.5% ਆ। ਮੀਨ ਟੂ ਸੇ 1/10 10ਵਾਂ ਹਿੱਸਾ ਕਿ ਅਗਰ ਤੁਸੀਂ 100 ਮੈਗਾਵਾਟ ਵਰਤਦੇ ਹੋ ਤਾਂ 10 ਮੈਗਾਵਾਟ ਮੈਂਡੇਟਰੀ ਆ, ਜ਼ਰੂਰੀ ਆ ਨੌਨ ਸੋਲਰ ਸਾਧਨ ਜਿਹੜਾ ਬਾਇਓਮਾਸ ਆ। ਸੋ ਪਹਿਲਾਂ ਤਾਂ ਇਸ ਪਲਾਂਟ ਨੂੰ ਢਾਉਣਗੇ, ਇਸ ਪ੍ਰਪੋਜ਼ਲ ਨੂੰ ਰਿਜੈਕਟ ਕਰਨਗੇ। ਆਉਣ ਵਾਲੇ ਸਮੇਂ ਦੇ ਵਿੱਚ ਪ੍ਰਾਈਵੇਟ ਜਿਹੜੇ ਹੈਗੇ ਆ ਬਾਇਓਮਾਸ ਪਲਾਂਟ ਲੱਗਣਗੇ, ਜਿਹਦੇ ਤੇ ਪਰ ਮੈਗਾਵਾਟ ਜਿਹੜਾ ਖਰਚਾ 7 ਕਰੋੜ ਰੁਪਈਆ ਆਊਗਾ, ਔਰ ਇਹਦੇ ਤੇ 2 ਤੋਂ 2.5 ਕਰੋੜ ਰੁਪਇਆ ਆਉਣਾ ਸੀ ਜਿਹਨੂੰ ਇਹ ਬੰਦ ਕਰਨ ਜਾ ਰਿਹਾ। ਔਰ ਇਸ ਤੋਂ ਇਲਾਵਾ ਮੈਂ ਤੁਹਾਡੀ ਜਾਣਕਾਰੀ 'ਚ ਇੱਕ ਹੋਰ ਵਾਧਾ ਕਰ ਦਿਆਂ, 600 ਮੈਗਾਵਾਟ ਜਿਹੜੀ ਯੂਨਿਟ ਆ ਉਹ ਇਲੈਕਟ੍ਰੀਸਿਟੀ ਆ ਉਹ 2022 ਤੱਕ ਪੰਜਾਬ ਸਰਕਾਰ ਨੂੰ ਜਿਹੜਾ ਨਿਊ ਐਂਡ ਰੀਨਿਊਏਬਲ ਸੋਰਸਿਸ ਆਫ ਐਨਰਜੀ NRSE ਇੱਕ ਪਾਲਿਸੀ ਹੈ ਸੈਂਟਰਲ ਗਵਰਨਮੈਂਟ ਦੀ। NRSE ਦੀਆਂ ਗਾਈਡਲਾਈਨਸ ਤੇ ਕਲੌਜ਼ਸ ਦੇ ਅਕੋਰਡਿੰਗਲੀ 600 ਮੈਗਾਵਾਟ ਇਲੈਕਟ੍ਰੀਸਿਟੀ ਜਿਹੜੀ ਉਹ ਬਾਇਓਮਾਸ ਤੋਂ ਪ੍ਰੋਡਿਊਸ ਕਰਨੀ ਸਰਕਾਰ ਵਾਸਤੇ ਜ਼ਰੂਰੀ ਹੈ। ਸੋ ਅਗਰ ਇਹ ਇੱਥੇ ਨਹੀਂ ਚਲਾਉਂਦੇ ਤਾਂ ਫਿਰ ਪ੍ਰਾਈਵੇਟ ਕਿਸੇ ਬੰਦੇ ਨੂੰ ਦੇਣਗੇ, ਜਾਂ ਅੱਜ ਜਿਹਦੇ ਉੱਪਰ ਸਿਰਫ 300 ਕਰੋੜ ਰੁਪਈਆ ਖਰਚਾ ਆਉਣਾ ਉਹਦੀ ਜਗ੍ਹਾ ਤੇ 1000-1500 ਕਰੋੜ ਰੁਪਈਆ ਖਰਚ ਕਰਕੇ ਜਿਹੜਾ ਕਰਜ਼ਾ ਚੜੂਗਾ ਫਿਰ ਉਹ ਆਮ ਲੋਕਾਂ ਤੇ ਪ੍ਰਭਾਵ ਪਊਗਾ। ਫਿਰ ਆਮ ਲੋਕਾਂ ਨੂੰ ਹੁਣ ਸੋਚ ਲੈਣਾ ਚਾਹੀਦਾ ਕਿ ਇਹ ਸਰਕਾਰ ਦੀਆਂ ਨੀਤੀਆਂ ਦਬਾ ਕੇ ਰੱਖਣਾ। ਉਹ ਤਾਂ ਤੁਹਾਡੇ ਮੇਰੇ ਵਰਗੇ ਟੈਕਸ ਪੇਅਰਸ ਦੀਆਂ ਜੇਬਾਂ 'ਚੋਂ ਜਾਣਾ, ਪਰ ਜਿਹੜੇ ਆਮ ਅਵਾਮਿਲ ਹੈਗਾ ਉਹ ਕਰਨ ਕੀ? ਕੋਈ ਸਿਆਸੀ ਧਿਰ ਜਾਂ ਤਾਂ ਕਿਸੇ ਨੂੰ ਫਾਲੋ ਕਰਨ, ਕਿਉਂਕਿ ਆਮ ਲੋਕ ਤਾਂ ਆਪਦੀ ਜਿਹੜੇ ਹੁਣ ਜਿਵੇਂ ਆਰਡੀਨੈਂਸ ਲੈ ਕੇ ਆ ਗਈ ਹੈ ਪੰਜਾਬ ਸਰਕਾਰ, ਤਾਂ ਉਹ ਤੁਹਾਡੇ ਹਕੂਕ ਦੇ ਉੱਪਰ ਇੱਕ ਹੋਰ ਡਾਕਾ ਵਾ। ਫੈਡਰਲ ਸਟਰਕਚਰ ਤਬਾਹ ਹੋ ਜਾਣਾ ਹਿੰਦੁਸਤਾਨ ਦਾ, ਸਾਰਾ ਜਿਹੜਾ ਹੈਗਾ ਕੇਂਦਰੀਕਰਨ ਹੋ ਜਾਣਾ ਸਾਰੀਆਂ ਚੀਜ਼ਾਂ ਦਾ। ਔਰ ਜਿਹੜੀ ਡੀਸੈਂਟਰਲਾਈਜੇਸ਼ਨ ਜਾਂ ਸੈਪਰੇਸ਼ਨ ਆਫ ਪਾਵਰਸ ਜਾਂ ਇੰਡੀਅਨ ਕਨਸਟੀਟਿਊਸ਼ਨ ਦੇ ਅਕੋਰਡਿੰਗਲੀ ਆਲ ਦਾ ਥਿੰਗਸ ਆਰ ਗੋਇੰਗ ਟੂ ਮੈਲਟ ਡਾਊਨ। ਸੋ ਇਹ ਬਹੁਤ ਮੁਸ਼ਕਲ ਸਮਾਂ ਹੈਗਾ ਆਉਣ ਵਾਲਾ ਲੋਕਾਂ ਦੇ ਵਾਸਤੇ, ਅਗਰ ਕੋਈ ਵੱਡੀ ਲੋਕ ਧਿਰ ਜਿਹੜੀ ਨਹੀਂ ਬਣਦੀ ਤਾਂ। ਜਿਵੇਂ ਤੁਸੀਂ ਗੱਲਬਾਤ ਕੀਤੀ ਸੀ ਕਿ ਇੱਕ ਪਰਾਲੀ ਦਾ ਜਿਹੜਾ ਬਹੁਤ ਵੱਡਾ ਹੱਲ ਹੋਣਾ ਸੀ ਉੱਥੇ ਵਰਤੀ ਜਾਣੀ ਸੀਗੀ। ਇੱਕ ਪਾਸੇ ਗੱਲ ਕਰਦੇ ਨੇ ਕਿ ਪਰਾਲੀ ਨੂੰ ਅੱਗ ਨਹੀਂ ਲਾਉਣੀ ਗੀ, ਖੇਤਾਂ ਦੇ ਵਿੱਚ ਨਹੀਂ ਸਾੜਨਾ ਗਾ। ਦੂਸਰੇ ਪਾਸੇ ਕੋਈ ਸਾਧਨ ਵੀ ਨਹੀਂ ਹੈਗਾ ਗਾ, ਉਹਨੂੰ ਪੰਜਾਬ ਤੋਂ ਬਾਹਰਲੇ ਜੇ ਕੋਈ ਲੈ ਜਾਂਦਾ ਤਾਂ ਠੀਕ, ਨਹੀਂ ਤਾਂ ਉਹ ਫਿਰ ਕਿਸਾਨਾਂ ਨੂੰ ਕਿਤੇ ਨਾ ਕਿਤੇ ਉਹਦਾ ਹੱਲ ਕਰਨਾ ਪੈਂਦਾ। ਇੱਕ ਬਹੁਤ ਵੱਡਾ ਸਾਧਨ ਨਹੀਂ ਲੱਗਦਾ ਸੀ ਤੁਹਾਨੂੰ ਵੀ ਉਹਦਾ ਹੱਲ ਹੋ ਜਾਣਾ ਸੀ ਮਾਲਵੇ ਦੇ ਖੇਤਰ ਦਾ? ਉਹਦੇ 'ਚ ਸਾਹਿਬ 50 ਲੱਖ ਹੈਕਟੇਅਰ ਜਿਹੜਾ ਪੰਜਾਬ ਦਾ ਜਗਰਾਫੀਕਲ ਏਰੀਆ ਖੇਤੀ ਹੇਠ ਹੈਗਾ, ਜਿਹਦੇ 'ਚੋਂ 41 ਲੱਖ ਹੈਕਟੇਅਰ ਦੇ ਵਿੱਚ ਝੋਨੇ ਦੀ ਜੀਰੀ ਦੀ ਬਿਜਾਈ ਜਿਹੜੀ ਹੁੰਦੀ ਆ, ਔਰ 30 ਲੱਖ ਹੈਕਟੇਅਰ ਜਿਹੜਾ ਨਾ ਮਾਫੀ ਚਾਹੁੰਦਾ 30 ਲੱਖ ਹੈਕਟੇਅਰ ਜਿਹੜਾ ਉਹਦੇ 'ਚ ਜੀਰੀ ਦੀ ਬਿਜਾਈ ਹੁੰਦੀ ਝੋਨੇ ਦੀ। ਟੋਟਲ 41 ਲੱਖ ਹੈਕਟੇਅਰ ਜਿਹੜਾ ਉਹ ਅੰਡਰ ਕਲਟੀਵੇਸ਼ਨ ਹੈ। ਸੋ ਉਸ 30 ਲੱਖ ਹੈਕਟੇਅਰ ਦੇ ਵਿੱਚੋਂ ਜਿਹੜੀ ਪਰਾਲੀ ਹੈ ਉਹ 1 ਹੈਕਟੇਅਰ 'ਚੋਂ 7 ਤੋਂ 8 ਮੀਟ੍ਰਿਕ ਟਨ ਨਿਕਲਦੀ ਹੈ। ਸੋ ਟੋਟਲ ਜਿਹੜਾ 220 ਲੱਖ ਟਨ ਮੀਟ੍ਰਿਕ ਟਨ ਜਿਹੜਾ ਪਰਾਲੀ ਪੰਜਾਬ ਦੇ ਵਿੱਚ ਪ੍ਰੋਡਿਊਸ ਹੁੰਦੀ ਹੈ। ਔਰ ਇਸ ਥਰਮਲ ਨੂੰ ਚਲਾਉਣ ਵਾਸਤੇ ਸਿਰਫ 2% ਸਟਰੋ ਚਾਹੀਦਾ ਸੀ ਇਹਦਾ, ਔਰ ਉਹ ਸਾਡੇ ਕੋਲ ਅਵੇਲੇਬਲ ਆ। ਘੱਟੋ ਘੱਟ 2% ਤਾਂ ਕਿਸਾਨ ਜਿਹੜੇ, ਕਿਉਂਕਿ ਹੁਣ ਬਹੁਤ ਜਾਗ੍ਰਿਤੀ ਆ ਰਹੀ ਹੈ, ਕਿਸਾਨ ਵੀ ਅਵੇਅਰ ਹੋ ਰਹੇ ਆ, ਕੁਛ ਕੁ ਨੈਚੁਰਲ ਫਾਰਮਿੰਗ ਜਿਹੜੀ ਹੈਗੀ ਆ ਆਰਗੈਨਿਕ ਫਾਰਮਿੰਗ ਵੱਲ ਵੱਧ ਰਿਹਾ, ਤਾਂ ਇਹਦੇ ਨਾਲ ਜਿਹੜੀ ਸਾਡੀ ਉਹ ਪੋਲਿਊਸ਼ਨ ਦੀ ਸਮੱਸਿਆ ਵੀ ਕਿਤੇ ਨਾ ਕਿਤੇ ਜ਼ਰੂਰ ਖਤਮ ਹੋਣੀ ਸੀਗੀ, ਪਰ ਇਹ ਸਮਝੋਂ ਬਾਹਰ ਆ। ਔਰ ਜਿਹੜਾ ਉਹ ਪ੍ਰਪੋਜ਼ਲ ਇਹ ਹੈਗਾ ਪਾਵਰਕੌਮ ਦਾ, ਉਹਦੇ 'ਚ ਇਹ ਵੀ ਸੀਗਾ ਕਿ ਤੁਸੀਂ ਚਾਹੇ 500 ਕਿਲੋ ਦੀ 5 ਕੁਇੰਟਲ ਦੀ ਜਿਹੜਾ ਉਹ ਬਿਗ ਸਾਈਜ਼ ਦੀ ਗੱਠ ਆ, ਕਿਉਂਕਿ ਬਹੁਤ ਵਾਰ ਇਹ ਵੀ ਲੋਕ ਤਰਕ ਦੇ ਦਿੰਦੇ ਨਾ ਕਿ ਉਹਨੂੰ ਮੈਨੇਜ ਕਰਨਾ, ਮੇਨਟੇਨ ਕਰਨਾ, ਟਰਾਂਸਪੋਰਟ ਕਰਕੇ ਲੈ ਕੇ ਜਾਣਾ, ਉਹਦੇ ਲਈ ਲੇਬਰ ਜਾਂ ਉਹ ਹੈਲਥ ਹਜ਼ਾਰਡਸ ਹੋ ਸਕਦਾ ਸੀ। ਪਰ ਉਹ ਪ੍ਰੋਵੀਜ਼ਨਸ ਉਹਨਾਂ ਨੇ ਇੱਕ ਹਾਈ ਪ੍ਰੋਫਾਈਲ ਜਿਹੜੀ ਕਮੇਟੀ ਆ ਉਹਨੇ ਇਹ ਪ੍ਰਪੋਜ਼ਲ ਰਿਪੋਰਟ ਡਰਾਫਟ ਕੀਤੀ ਸੀ ਕਿ ਚਾਹੇ 5 ਕੁਇੰਟਲ ਦੀ ਪਰਾਲੀ ਦੀ ਗੱਠ ਆ ਉਹ ਵੀ ਡਾਇਰੈਕਟ ਉਹਦੇ ਵਿੱਚ ਕੰਜ਼ਿਊਮ ਕੀਤੀ ਜਾ ਸਕਦੀ ਸੀ। ਇੱਕ ਪਾਸੇ ਥਰਮਲ ਦਾ ਬਹੁਤ ਵੱਡਾ ਜਿਹੜਾ ਰੋਲਾ ਉਹ ਭਖ ਗਿਆ, ਦੂਸਰੇ ਪਾਸੇ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਲਗਾਤਾਰ ਇੰਨਾ ਵਾਧਾ ਹੋ ਗਿਆ ਕੋਈ ਬੋਲਿਆ ਤੱਕ ਨਹੀਂ। ਪਹਿਲੀ ਵਾਰ ਹੈ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਕਿ
ਇੱਕੋ ਦਮ ਯਕਮੁਸ਼ਤ ਹੀ ਕਵਾਂਗੇ ਇਹਨੂੰ, ਕਿਉਂਕਿ ਹਰ ਰੋਜ਼ ਬੈਕ ਟੂ ਬੈਕ ਕਰੀਬ 15 ਦਿਨ ਕੀਮਤਾਂ ਵਧਦੀਆਂ ਰਹੀਆਂ, ਔਰ 10 ਰੁਪਏ ਦੇ ਕਰੀਬ ਪੈਟਰੋਲ ਔਰ ਡੀਜ਼ਲ ਇੱਕ ਸਮਾਨ ਹੋ ਗਿਆ ਹੁਣ ਰੇਟ। ਔਰ ਬੈਰਲ ਜਿਹੜਾ ਹੈਗਾ, ਜਾਂ ਪਿੱਛੇ ਕਹਿ ਰਹੇ ਸੀ ਕਿ ਉਹ ਬਿਲਕੁਲ ਜ਼ੀਰੋ ਦੇ ਉੱਪਰ ਆ ਗਿਆ ਸੀ, ਜਿਹੜਾ ਉਹਦਾ ਕੱਚੇ ਤੇਲ ਦੀ ਕੀਮਤ ਹੈਗੀ ਆ। ਤੇ ਜਿਹੜੇ ਲੋਕ ਹੁਣ ਸੱਤਾ ਦਾ ਸੁੱਖ ਭੋਗ ਰਹੇ ਆ, ਕੇਂਦਰ ਦੇ ਸਿਆਸਤ ਦੇ ਮਰਕਜ਼ ਦੇ ਉੱਪਰ ਬੈਠੇ ਆ, ਉਹ ਲੋਕ ਜਦੋਂ 1 ਰੁਪਈਆ 2 ਰੁਪਈਆ ਵੀ ਤੇਲ ਵੱਧਦਾ ਸੀਗਾ, ਜਦੋਂ ਸਰਦਾਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸੀ, ਤਾਂ ਕੱਪੜੇ ਲਾ ਕੇ ਨੰਗੇ ਧੜ ਪ੍ਰਦਰਸ਼ਨ ਕਰਦੇ ਰਹੇ। ਔਰ ਹੁਣ ਜਿਹੜੇ ਉਹਨਾਂ ਦੇ ਮੁਖਾਲਫਿਨ ਲੋਕ ਨੇ, ਅਪੋਜੀਸ਼ਨ ਦੇ ਵਿੱਚ ਨੇ, ਉਹ ਵੀ ਕੋਈ ਬਾਹਲਾ ਜ਼ਿਆਦਾ ਆਵਾਜ਼ ਨਹੀਂ ਉਠਾ ਰਹੇ। ਇੱਕ ਸਿੰਬੋਲਿਕ ਜਿਹਾ ਮਤਲਬ ਦਿਖਾਉਣ ਨੂੰ ਪ੍ਰਦਰਸ਼ਨ ਸਿਰਫ ਕੀਤਾ ਜਾ ਰਿਹਾ ਹੈਗਾ। ਹੁਣ ਪੰਜਾਬ ਦੇ ਜਾਂ ਹਿੰਦੁਸਤਾਨ ਦੇ ਲੋਕਾਂ ਦਾ, ਜਾਂ ਤਾਂ ਉਹ ਵਾਹਿਗੁਰੂ ਰਾਖਾ, ਜਾਂ ਹਿੰਦੁਸਤਾਨ ਦੇ ਪੰਜਾਬ ਦੇ ਲੋਕ ਆਪ ਉੱਠਣ, ਆਪ ਇੱਕ ਧਿਰ ਖੜੀ ਕਰਨ, ਤੇ ਫਿਰ ਗੁਜ਼ਾਰਾ ਹੋ ਸਕਦਾ। ਅਦਰਵਾਈਜ਼ ਆਉਣ ਵਾਲਾ ਸਮਾਂ ਜਿਹੜਾ ਹੈਗਾ ਉਹ ਵੱਧ ਤੋਂ ਬੱਤਰ ਹੈਗਾ। ਇੱਕ ਪਾਸੇ ਕਰੋਨਾ ਦੀ ਮਾਰ, ਦੂਸਰੇ ਪਾਸੇ ਜਿਵੇਂ ਥਰਮਲ ਦਾ ਮਾਲਵੇ ਖੇਤਰ ਨੂੰ ਇੱਕ ਘਾਟਾ, ਇੱਕ ਪਾਸੇ ਪੈਟਰੋਲ ਦੀਆਂ ਕੀਮਤਾਂ, ਧਰਨਾ ਕੋਈ ਲਾ ਨਹੀਂ ਸਕਦਾਗਾ। ਹੱਲ ਕੀ ਹੋ ਸਕਦਾ? ਜਿਹੜਾ ਕਰੋਨਾ ਆ ਉਹ ਤੇ ਘਿਓ ਵਾਂਗੂ ਲੱਗਾ ਸਰਕਾਰ ਨੂੰ। ਮਤਲਬ ਸਰਕਾਰ ਵਾਸਤੇ ਤਾਂ ਜਿਵੇਂ ਕਹਿ ਲਓ ਕਿ ਸਿਤਾਰੇ ਗਰਦਿਸ਼ ਦੇ ਵਿੱਚ ਆ, ਬਿਲਕੁਲ ਸਰਕਾਰ ਦੀ ਰੂਹ ਦੀ ਖੁਰਾਕ ਬਣ ਕੇ ਆਇਆ। ਕਿ ਜੇਕਰ ਤੁਸੀਂ ਦੇਖੋ, ਆਰਡੀਨੈਂਸਸ ਸ਼ਰੇਆਮ ਧੱਕਾ, ਰਾਸ਼ਟਰਪਤੀ ਦੀ ਐਗਜ਼ੈਕਟਿਵ ਪਾਵਰ ਦਾ ਮਿਸਯੂਜ਼ ਕੀਤਾ ਗਿਆ। ਆਰਡੀਨੈਂਸ ਸਿਰਫ ਉਦੋਂ ਹੀ ਆ ਸਕਦਾ ਜਦੋਂ ਕੋਈ ਬਹੁਤ ਜ਼ਿਆਦਾ, ਮਤਲਬ ਤੁਸੀਂ ਕਹਿ ਲਓ ਕਿ ਐਮੀਨੈਂਟ ਜਾਂ ਐਮਰਜੈਂਸੀ ਵਾਲੀ ਸਿਚੁਏਸ਼ਨ ਹੈ, ਕਿ ਸਾਡੇ ਕੋਲ ਹੋਰ ਕੋਈ ਅਲਟਰਨੇਟਿਵ ਨਹੀਂ ਹੈ, ਔਰ ਸਦਨ ਜਿਹੜੇ ਹੈਗੇ ਆ ਉਹ ਦੋਵੇਂ ਬੈਠੇ ਨਹੀਂ ਹੋਏ। ਔਰ ਹੁਣ ਕੋਈ ਇਸ ਤਰ੍ਹਾਂ ਦੀ ਦਿੱਕਤ ਨਹੀਂ ਸੀਗੀ। ਇਹ ਤਿੰਨੇ ਹੀ ਆਰਡੀਨੈਂਸ ਜਿਹੜੇ ਐਸੈਂਸ਼ੀਅਲ ਕਮੋਡਿਟੀਜ਼ ਐਕਟ ਦੇ ਵਿੱਚ ਜਿਹੜੀ ਤਰਮੀਮ ਕੀਤੀ ਗਈ ਹੈ, ਜਾਂ ਜਿਹੜਾ ਫਾਰਮਰ ਐਮਪਾਵਰਮੈਂਟ ਐਂਡ ਪ੍ਰੋਟੈਕਸ਼ਨ ਫੈਸਿਲੀਟੇਸ਼ਨ ਕੰਟਰੈਕਟ ਫਾਰਮਿੰਗ ਦਾ ਐਕਟ ਆਇਆ ਵਾ, ਜਾਂ ਤੀਸਰਾ ਜਿਹੜਾ ਹੈਗਾ ਜਿਹਦੇ ਵਿੱਚ ਇਹਨਾਂ ਨੇ APMC ਨੂੰ ਖਤਮ ਕਰਨ ਦੀ ਗੱਲ ਕੀਤੀ ਹੈ, ਕਿ ਖੁੱਲੀ ਮੰਡੀ ਦਾ ਹਵਾਲਾ ਦੇ ਰਿਹਾ। ਇਹ ਤਿੰਨੇ ਹੀ ਚੀਜ਼ਾਂ ਜਿਹੜੀਆਂ ਹੈਗੀਆਂ ਇੰਨੀਆਂ ਮਾਰੂ ਨੇ। ਔਰ ਜਿਹੜੀ ਤੁਸੀਂ ਕਰੋਨਾ ਦੀ ਗੱਲ ਕੀਤੀ, ਕਰੋਨਾ ਦੀ ਆੜ ਹੇਠ ਹੀ ਕੀਤੀਆਂ ਜਾ ਰਹੀਆਂ ਵਾ। ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਲੈਕਟ੍ਰੀਸਿਟੀ ਦਾ ਜਿਹੜਾ ਕੇਂਦਰੀਕਰਨ ਕੀਤਾ ਜਾ ਰਿਹਾ, ਸੈਂਟਰਲਾਈਜ਼ ਹੋ ਜਾਣਾ। ਜਿਵੇਂ ਪਹਿਲਾਂ 1 ਟੈਕਸ 1 ਨੇਸ਼ਨ, ਉਵੇਂ ਜਿਵੇਂ 1 ਰਿਲੀਜਨ 1 ਨੇਸ਼ਨ, 1 ਨੇਸ਼ਨ 1 ਰਾਸ਼ਨ, ਵੀ ਇੱਕੋ ਹੀ ਰਾਸ਼ਨ ਕਾਰਡ, ਉਹ ਜਿਹਦੇ ਤਹਿਤ ਖੁੱਲੀ ਮੰਡੀ ਦੀ ਗੱਲ ਕਰ ਰਿਹਾ। ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਬੇਸਿਕ ਫੈਡਰਲ ਸਟਰਕਚਰ, ਸੰਘੀ ਢਾਂਚਾ, ਜਿਹਦਾ ਅਕਾਲੀ ਦਲ ਹਮੇਸ਼ਾ ਤੋਂ ਮੁੱਦਈ ਰਿਹਾ ਵਾ, ਰੌਲਾ ਪਾਉਂਦਾ ਰਿਹਾ, ਔਰ ਹੁਣ ਇਹਨਾਂ ਦੀ ਸ਼ਮੂਲੀਅਤ ਆ। ਸਰਦਾਰਨੀ ਹਰਸਿਮਰਤ ਕੌਰ ਬਾਦਲ ਸ਼ੁਮਾਰ ਨੇ ਉਸ ਕੈਬਨਿਟ ਦੇ ਵਿੱਚ ਜਿਨ੍ਹਾਂ ਨੇ ਇਹ ਆਰਡੀਨੈਂਸ ਜਾਰੀ ਕਰਵਾਇਆ ਰਾਸ਼ਟਰਪਤੀ ਤੋਂ। ਸੋ ਕਰੋਨਾ ਦੀ ਆੜ ਦੇ ਵਿੱਚ ਬਹੁਤ ਵੱਡੀਆਂ ਗੱਲਾਂ ਹੋ ਰਹੀਆਂ। PM ਕੇਅਰ ਫੰਡ, ਹਾਲੇ ਤੱਕ ਉਹਦਾ ਕੋਈ ਆਡਿਟ, ਉਹਦੇ ਉੱਪਰ RTI ਦੀ ਜ਼ਦ 'ਚੋਂ ਉਹਨੂੰ ਬਾਹਰ ਰੱਖਿਆ ਗਿਆ ਵਾ, ਵੀ ਪਤਾ ਹੀ ਨਹੀਂ ਕੀ ਕੁਝ ਹੋ ਰਿਹਾ। ਹੱਲ ਕੀ ਹੈ ਇਹਨਾਂ ਮਸਲਿਆਂ ਦਾ? ਹੁਣ ਹੱਲ ਨਿਕਲਣਾ ਕੀ ਚਾਹੀਦਾ? ਤੁਸੀਂ ਵੀ ਇੱਕ ਸੀਨੀਅਰ ਵਕੀਲ ਹੋ, ਕੀ ਹੱਲ ਨਿਕਲ ਸਕਦਾ? ਔਰ ਆਇਡੈਂਟੀਕਲ ਸੂਬੇ ਲੈਵਲ 'ਤੇ ਵੀ ਉਹ ਹੋ ਰਿਹਾ। ਚਲੋ ਜਿੰਨਾ ਕੁ ਮੇਰਾ ਜ਼ਬਤ ਹੈ, ਜਾਂ ਕਹਿ ਲਓ ਸੀਨੀਅਰ ਤਾਂ ਨਹੀਂ ਮੈਂ ਆਪਣੇ ਆਪ ਨੂੰ ਕਹਿ ਸਕਦਾ, ਜਿੰਨੇ ਜੋਗਾ ਮੈਂ ਹੈ, ਜਾਂ ਜਿੰਨਾ ਕੁ ਪੜ੍ਹ ਕੇ ਤੁਹਾਡੇ ਵਰਗੇ ਹੋਰ ਜ਼ਹੀਨ ਲੋਕਾਂ ਨੂੰ ਮਿਲ ਕੇ, ਜਾਂ ਅਖਬਾਰਾਂ ਦੇ ਜ਼ਰੀਏ, ਜਾਂ ਕੋਈ ਸਹਾਫੀ ਦੋਸਤ ਨੇ, ਕੋਈ ਰਾਜਨੀਤਿਕ ਲੋਕ ਨੇ ਜਿਹੜੇ ਫਿਕਰਮੰਦ ਨੇ, ਚਿੰਤਾ ਰੱਖਦੇ ਆ, ਸਾਡੇ ਜਿਹੜੇ ਜਫਾਕਸ਼ ਮਫਲੂਕ ਲੋਕ ਜਿਹੜੇ 2-4 ਹੁੰਦੇ ਰਹਿੰਦੇ ਆ ਰੋਜ਼ਾਨਾ ਸਿਰਫ ਆਪਦੀ ਰੋਜ਼ੀ ਰੋਟੀ ਖਾਤਰ ਹੀ, ਉਹ ਆਉਣ ਵਾਲਾ ਸਮਾਂ ਜਿਹੜਾ ਹੈਗਾ ਬਹੁਤ ਮੁਸ਼ਕਿਲ ਭਰਿਆ ਵਾ। ਉਹੀ ਗੱਲ ਕਿ ਪੰਜਾਬ ਨੂੰ ਔਰ ਹਿੰਦੁਸਤਾਨ ਨੂੰ, ਪੰਜਾਬ ਔਰ ਹਿੰਦੁਸਤਾਨ ਦੇ ਲੋਕ ਹੀ ਬਚਾ ਸਕਦੇ ਆ, ਅਗਰ ਕੋਈ ਚੰਗੀ ਸਿਆਸੀ ਧਿਰ ਔਰ ਉਹਦੇ ਨਾਲ ਸਟਰੋਂਗ ਅਪੋਜੀਸ਼ਨ। ਤੁਸੀਂ 25 ਜੂਨ ਲੰਘ ਕੇ ਗਈ ਆ, ਹੁਣ ਐਮਰਜੈਂਸੀ ਨੂੰ ਲਗਭਗ 40 ਸਾਲ ਦੇ ਕਰੀਬ, 50 ਸਾਲ ਦੇ ਕਰੀਬ ਹੋ ਗਏ, 75 ਤੋਂ ਲੈ ਕੇ ਹੁਣ ਤੱਕ, ਅਗਰ ਮੈਂ ਗਲਤ ਨਹੀਂ ਤਾਂ 45 ਈਅਰਸ। 45 ਸਾਲ ਪਹਿਲਾਂ ਅਗਰ ਉਦੋਂ ਧੱਕਾ ਹੋਇਆ ਇੰਦਰਾ ਗਾਂਧੀ ਨੇ ਕੀਤਾ, ਤਾਂ ਇਸੇ ਕਰਕੇ ਕਿ ਉਹ ਅਬਸੋਲੂਟ ਉਹਦੇ ਕੋਲੇ ਤਾਕਤ ਸੀ। ਠੀਕ ਹੈ, ਉਸ ਤੋਂ ਬਾਅਦ ਚਾਹੇ ਜਦੋਂ ਐਮਰਜੈਂਸੀ ਖਤਮ ਹੋਈ 77 'ਚ ਮੂਧੜੇ ਮੂੰਹ ਜਾ ਡਿੱਗੀ, ਜਨਤਾ ਦਲ ਦੀ ਸਰਕਾਰ ਬਣ ਗਈ, ਜਨਤਾ ਪਾਰਟੀ ਦੀ। ਉਵੇਂ ਹੀ ਸੂਬੇ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਕੋਲੇ ਅਬਸੋਲੂਟ ਮੈਜੋਰਟੀ ਆ। ਉਹਨੂੰ ਪਤਾ ਕਿ 5-7-10 MLA ਭੱਜ ਵੀ ਜਾਣ ਤਾਂ ਮੇਰਾ ਕੋਈ ਵਾਲ ਨਹੀਂ ਵਿੰਗਾ ਕਰ ਸਕਦਾ। ਆਇਡੈਂਟੀਕਲੀ ਕੇਂਦਰ ਸਰਕਾਰ ਦੇ ਵਿੱਚ ਉਹਨਾਂ ਕੋਲੇ ਮੈਜੋਰਟੀ ਦੇ ਵਿੱਚ ਜਿਹੜੇ ਮੈਂਬਰ ਪਾਰਲੀਮੈਂਟ ਨੇ। ਸੋ ਸਰਕਾਰ ਦੇ ਨਾਲ ਇੱਕ ਸਟਰੋਂਗ ਜਿਹੜੀ ਆਪੋਜੀਸ਼ਨ ਆ, ਇੱਕ ਵਿਰੋਧੀ ਧਿਰ ਹੋਣੀ ਬਹੁਤ ਜ਼ਰੂਰੀ ਆ। ਸੋ ਅਗਰ ਸੂਬੇ ਦੇ ਔਰ ਮੁਲਕ ਦੇ ਲੋਕ ਕੋਈ ਚੰਗੀ ਸਰਕਾਰ ਔਰ ਸਿਹਤਮੰਦ ਆਪੋਜੀਸ਼ਨ, ਦੋਨੋਂ ਚੀਜ਼ਾਂ ਬਰਾਬਰ ਬੈਲੈਂਸ ਬਣਾ ਕੇ ਚੱਲਣਗੀਆਂ, ਕਿਉਂਕਿ ਇਹਦੇ ਵਿੱਚ ਬੜਾ ਕੁਛ ਆ। ਜਿਹੜਾ WTO ਦੇ ਕੋਈ ਐਗਰੀਮੈਂਟਸ ਨੇ, ਜਾਂ ਵਰਲਡ ਵਾਈਡ ਇਕੋਨਮੀ ਹੈਗੀ ਆ, ਉਹ ਨੰਬਰ ਆਫ ਥਿੰਗਸ ਆਰ ਇਨਵੋਲਵਡ, ਜਿਹੜੇ ਐਕਸਪਰਟ ਬੰਦੇ ਹੈਗੇ ਵੱਖੋ ਵੱਖਰੇ ਵਿਸ਼ਿਆਂ ਦੇ, ਉਹ ਦੱਸ ਸਕਦੇ ਆ। ਕਿਉਂਕਿ ਜਿਵੇਂ ਅੱਤਵਾਦ ਦੇ ਟਾਈਮ ਦੇ ਉੱਪਰ ਗੱਲ ਕੀਤੀ ਜਾਂਦੀ ਅਕਸਰ ਹੀ ਕਿ KPS ਗਿੱਲ ਜਾਂ ਫਲਾਂ ਬੰਦਾ
ਤਾਂ ਉਹ ਇੱਕ ਬੜੇ ਜ਼ਹੀਨ ਮੁਆਰਿਖ ਹੈਗੇ ਨੇ, ਇਤਿਹਾਸਕਾਰ। ਉਹ ਇੱਕ ਦਿਨ ਗੱਲ ਕਰ ਰਹੇ ਸੀ ਵੀ ਕੰਵਰਪਾਲ ਸਿੰਘ ਗਿੱਲ ਦੀ ਥਾਂ ਤੇ ਕੋਈ ਹਰਦਿਆਲ ਸਿੰਘ, ਮਨਿੰਦਰ ਸਿੰਘ, ਬਲਵਿੰਦਰ ਸਿੰਘ ਵੀ ਹੁੰਦਾ ਤੇ ਕਰਨਾ ਉਹਨੇ ਵੀ ਇਹੋ ਹੀ ਸੀਗਾ ਜੋ ਉਹਨੇ ਕੀਤਾ ਵਾ। ਵੀ ਸਰਕਾਰ ਜਿਹੜੀ ਹੈਗੀ ਆ ਉਹ ਏਜੰਸੀਜ਼ ਜਿਵੇਂ ਕੰਮ ਕਰਵਾਉਂਦੀਆਂ ਵਾ। ਸੋ ਇਸ ਗੱਲ ਨੂੰ ਸਮਝਣ ਦੀ ਲੋੜ ਆ ਬੇਸਿਕਲੀ ਕਿ ਅੰਤਰਰਾਸ਼ਟਰੀ ਪੱਧਰ ਤੇ ਵੱਡੀ ਤਸਵੀਰ ਤੇ, ਔਰ ਜਦੋਂ ਸੂਬਿਆਂ ਦੇ ਆਪਸੀ ਐਗਰੀਮੈਂਟਸ ਹੁੰਦੇ ਆ ਉਹਦੇ ਵਿੱਚ ਉਸ ਤਰ੍ਹਾਂ ਦੀਆਂ ਜਿਹੜੀਆਂ ਤਜਵੀਜ਼ਾਂ, ਤਰਜੀਹਾਂ ਤੇ ਤਰਮੀਮਾਂ ਹੁੰਦੀਆਂ ਉਹਨਾਂ ਨੂੰ ਧਿਆਨ 'ਚ ਰੱਖਿਆ ਜਾਣਾ ਚਾਹੀਦਾ। ਔਰ ਸਾਡੇ ਜਿਹੜੇ ਸਿਆਸੀ ਆਕਾ ਜਾਂ ਅਹਿਲਕਾਰ ਹੈਗੇ ਆ, ਇਹਨਾਂ ਨੂੰ ਕੁਰਸੀ ਇੰਨੀ ਕੁ ਪਿਆਰੀ ਹੈ ਕਿ ਇਹ ਕੁਰਬਾਨੀ ਦਾ ਸਿਰਫ ਨਾਂ ਲੈਂਦੇ ਆ, ਕੁਰਬਾਨੀ ਦੇਣ ਨੂੰ ਤਿਆਰ ਨਹੀਂ। ਜਿੰਨੀ ਦੇਰ ਤੱਕ ਮੁਲਕ ਦੇ ਸਿਆਸੀ ਲੋਕਾਂ ਦੇ ਵਿੱਚ ਆਮ ਫਹਿਮ ਲੋਕਾਂ ਵਾਸਤੇ ਫਿਕਰਮੰਦੀ ਦਾ ਜਿਹੜਾ ਹੈਗਾ ਇੱਕ ਅਹਿਸਾਸ ਪੈਦਾ ਨਹੀਂ ਹੁੰਦਾ, ਉਨੀ ਦੇਰ ਤੱਕ, ਜਿੰਨੀ ਦੇਰ ਤੱਕ ਕੁਰਸੀ ਖਾਤਰ ਲੋਕਾਂ ਦੇ ਹਿੱਤਾਂ ਨੂੰ ਇਹ ਸਟੇਕ ਤੇ ਲਾਉਂਦੇ ਰਹਿਣਗੇ, ਚਾਹੇ ਜਿਹੜੀ ਮਰਜ਼ੀ ਸਰਕਾਰ ਆ ਜੇ, ਜਿਹੜੇ ਮਰਜ਼ੀ ਲੋਕ ਵਜ਼ਾਰਤ ਦੇ ਵਿੱਚ ਆ ਜਾਣ, ਆਮ ਲੋਕਾਂ ਦਾ ਜਿਹੜਾ ਉਹ ਘਾਣ ਹੀ ਹੋਣਾ ਆਉਣ ਵਾਲੇ ਸਮੇਂ ਦੇ ਵਿੱਚ। ਤੁਸੀਂ ਉਦਾਹਰਨ ਦੇ ਤੌਰ ਤੇ ਅਗਰ ਪੰਜਾਬ ਦੀ ਆਪਾਂ ਐਗਜ਼ਾਮਪਲ ਲੈ ਲਈਏ ਤੇ 3.25 ਲੱਖ ਕਰੋੜ ਰੁਪਈਆ ਕਰਜ਼ਾ ਕੋਈ ਵੱਡੀ ਗੱਲ ਨਹੀਂ ਹੈ। ਇਹ ਆਪਦੀ ਟਰਾਂਸਪੋਰਟੇਸ਼ਨ ਪਾਲਿਸੀ ਠੀਕ ਕਰ ਲੈਣ, ਕੱਲੀ ਲਿਕਰ ਪਾਲਿਸੀ ਤੋਂ ਲੱਖਾਂ ਕਰੋੜ ਰੁਪਈਆ ਜਿਹੜਾ ਹੈਗਾ ਆ ਸਕਦਾ। ਮਾਈਨਿੰਗ ਪਾਲਿਸੀ ਵਧੀਆ ਢੰਗ ਨਾਲ ਲੈ ਕੇ ਆਉਣ, ਔਰ ਇਹਦੇ ਨਾਲ ਹੀ ਤਿੰਨੋਂ ਸੈਕਟਰ ਐਜੂਕੇਸ਼ਨ, ਟਰਾਂਸਪੋਰਟ ਤੇ ਹੈਲਥ ਸਰਕਾਰੀ ਔਰ ਫ੍ਰੀ ਕਰ ਦੇਣ। ਜਦ ਕਿ ਤਿੰਨਾਂ ਦੇ ਵਿੱਚ ਹੀ ਜਿਹੜੀ ਹੈਗੀ ਆ ਪ੍ਰਾਈਵੇਟ ਪਲੇਅਰ ਦੀ ਇੰਨੀ ਕੁ ਜ਼ਿਆਦਾ ਇਨਫਿਲਟਰੇਸ਼ਨ ਹੋ ਚੁੱਕੀ ਹੈ ਕਿ ਤੁਸੀਂ ਔਰ ਮੈਂ ਵੀ ਚਾਹਾਂਗੇ ਕਿ ਸਾਡਾ ਬੱਚਾ ਜਿਹੜਾ ਹੈਗਾ ਉਹ ਪ੍ਰਾਈਵੇਟ ਸਕੂਲ 'ਚ ਪੜ੍ਹੇ, ਕਿਉਂਕਿ ਉੱਥੇ ਸਾਨੂੰ ਵਹਿਮ ਵੀ ਨਹੀਂ ਕਹਿ ਸਕਦੇ, ਸੱਚ ਹੈ ਕਿ ਉੱਥੇ ਐਜੂਕੇਸ਼ਨ ਦਾ ਪੱਧਰ ਚੰਗਾ ਹੈ। ਇਲਾਜ ਆ ਤਾਂ ਅਸੀਂ ਚਾਹੁੰਦੇ ਹਾਂ ਕਿ ਸਾਡਾ ਕਿਸੇ ਚੰਗੇ ਪ੍ਰਾਈਵੇਟ ਹਸਪੀਟਲ 'ਚ ਹੋਵੇ। ਟਰਾਂਸਪੋਰਟ ਆ ਤੇ ਅਸੀਂ ਕਹਿੰਦੇ ਹਾਂ ਕਿ ਅਸੀਂ ਮਰਸਡੀਜ਼ ਬੈਂਜ ਦੀ ਬੱਸ 'ਚ ਚੜ੍ਹੀਏ ਜਿਹਦੇ ਵਿੱਚ AC ਚੱਲਦੇ ਹੋਣ, ਕਰਟਨਸ ਲੱਗੇ ਹੋਣ, ਔਰ ਸਾਡੀ ਪ੍ਰਾਈਵੇਸੀ ਵੀ ਬਰਕਰਾਰ ਰਹੇ। ਸੋ ਇਹ ਮੁਸ਼ਕਲ ਨਹੀਂ ਹੈ, ਅਸੰਭਵ ਨਹੀਂ ਹੈ, ਮੁਸ਼ਕਲ ਜ਼ਰੂਰ ਹੈ। ਅਗਰ ਕੋਈ ਚੰਗੀ ਧਿਰ ਪੰਜਾਬ ਦੀ ਸੱਤਾ ਦੇ ਮਰਕਜ਼ ਤੇ ਆਉਂਦੀ ਆ ਤਾਂ ਸ਼ਾਇਦ ਸਾਡਾ ਕੁਛ ਨਾ ਕੁਛ ਜਿਹੜਾ ਹੈਗਾ ਭਲਾ ਹੋ ਸਕੇ। ਇਹ ਸਨ ਮਨਜਿੰਦਰ ਸਿੰਘ ਭੁੱਲਰ ਜਿਨ੍ਹਾਂ ਗੱਲਬਾਤ ਕੀਤੀ ਕਿ ਥਰਮਲ ਪਲਾਂਟ ਨੂੰ ਇਹਨਾਂ ਨੇ ਬਹਾਲ ਕਰਨ ਦੀਆਂ ਗੱਲਾਂ ਬਾਤਾਂ ਕੀਤੀਆਂ ਸਨ, ਬਾਅਦ ਦੇ ਕਿਵੇਂ ਇਹਨਾਂ ਨੇ ਖਤਮ ਕੀਤਾ, ਕਿੰਨਾ ਜਿਹੜਾ ਕਰਜ਼ਾ ਚੜ੍ਹਨਾ ਤੇ ਉਹ ਕਿਹਦੇ ਸਿਰ ਭਾਰ ਪੈਣਾ, ਆਮ ਜਨਤਾ ਤੇ ਭਾਰ ਪੈਣਾ। ਕਿਸਾਨੀ ਦਾ ਜਿਹੜਾ ਉੱਥੇ ਕਿਤੇ ਨਾ ਕਿਤੇ ਹੱਲ ਨਿਕਲਦਾ ਸੀ ਪਰਾਲੀਆਂ ਦਾ, ਉਹ ਹੱਲ ਵੀ ਨਹੀਂ ਕੱਢਿਆ ਗਾ। ਬਹੁਤ ਜਿਹੜੀ ਆ ਸਰਕਾਰ ਦੀ ਜਿਹੜੀ ਆ ਡੂੰਘੀ ਨੀਤੀ ਹੁੰਦੀ ਆ, ਉਹ ਜਿਹੜੀ ਆ ਮਾਰੂ ਹੁੰਦੀ ਆ। ਜੇਕਰ ਇਹ ਸਹੀ ਸੋਚ ਸਮਝ ਕੇ ਆਪਣੇ ਨਾਲ ਚੱਲਦੇ ਨੇ ਤੇ ਕਿਤੇ ਨਾ ਕਿਤੇ ਦੇਸ਼ ਦੀ ਤਰੱਕੀ ਵੀ ਹੁੰਦੀ ਆ ਤੇ ਜਿਹੜੀ ਆਮ ਲੋਕਾਂ ਦੀ ਤਰੱਕੀ ਵੀ ਹੋ ਸਕਦੀ। ਜਿਹੜੇ ਲੋਕਾਂ ਦੀ ਉੱਥੇ ਨੌਕਰੀ ਖੁਸ਼ੀ ਆ ਉਸ ਬਾਰੇ ਕਿਸੇ ਨੇ ਵੀ ਨਹੀਂ ਸੋਚਿਆ। ਕਿ ਉਹ ਜਾਜ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।